ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਪੀਐਸਟੈਟ ਜਾਂ ਸੀਟੈਟ ਦੇ ਐਗਜ਼ਾਮ ਦੀ ਤਿਆਰੀ ਵਧੀਆ ਜਾਰੀ ਹੋਏਗੀ। ਸੋ ਅੱਜ ਦੀ ਅਸੀਂ ਇਸ ਵੀਡੀਓ ਦੇ ਵਿੱਚ ਆਪਣਾ ਈਵੀਐਸ ਵਾਲਾ ਜੋ ਪੋਰਸ਼ਨ ਹੈ ਉਸ ਨੂੰ ਕੰਟੀਨਿਊ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਈਵੀਐਸ ਦੇ ਟੋਟਲ 11 ਪਾਰਟ ਕਵਰ ਕਰ ਚੁੱਕੇ ਹਾਂ ਅਤੇ ਇਹ ਅੱਜ ਦਾ ਆਪਣਾ ਹੋਏਗਾ ਜੀ 12th ਪਾਰਟ। ਅਗਰ ਤੁਸੀਂ ਪਹਿਲੇ 11 ਪਾਰਟ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਜਾਂ ਕਹ ਲਓ ਵੀਡੀਓਜ਼ ਦਾ ਲਿੰਕ ਆ ਰਿਹਾ ਹੋਊਗਾ, ਉਹ ਪਾਰਟ ਤੁਸੀਂ ਦੇਖ ਸਕਦੇ ਹੋ। ਇਸ ਦੇ ਨਾਲ ਹੀ ਆਪਣਾ ਸੀਡੀਪੀ ਦਾ ਕੋਰਸ ਕੰਪਲੀਟ ਹੋ ਚੁੱਕਾਗਾ, ਜਿਸ ਦੇ 38 ਵੀਡੀਓਜ਼ ਦੇ ਵਿੱਚ ਆਪਾਂ ਥਿਊਰੀ ਜਿਹੜੀ ਹੈਗੀ ਆ ਵਿਦ ਐਮਸੀਕਿਊ ਕੰਪਲੀਟ ਕੀਤਾ। ਉਸ ਤੋਂ ਬਾਅਦ ਆਪਣੀਆਂ 2-3 ਵੀਡੀਓਜ਼ ਐਮਸੀਕਿਊ ਤੇ ਵੀ ਆ ਗਈਆਂ। ਸੋ ਟੋਟਲ 40 ਵੀਡੀਓ ਦੀ ਪਲੇਲਿਸਟ ਬਣੀ ਹੋਈ ਹੈ। ਸੋ ਉਹ ਵਾਲਾ ਪੋਰਸ਼ਨ ਵੀ ਤੁਸੀਂ ਦੇਖ ਸਕਦੇ ਹੋ ਜੋ ਕਿ ਪੇਪਰ 1 ਐਂਡ ਪੇਪਰ 2 ਲਈ ਵੈਲਿਡ ਹੈ। ਇਸ ਤੋਂ ਇਲਾਵਾ ਸੀਡੀਪੀ ਦੇ ਵਿੱਚ ਹੀ ਬਹੁਤ ਸਾਰੀ ਆਪਾਂ ਸਬਜੈਕਟ ਪੈਡਾਗੋਜੀ ਕਵਰ ਕੀਤੀ ਹੈ। ਨਾਲ ਦੀ ਨਾਲ ਇੰਗਲਿਸ਼ ਪੈਡਾਗੋਜੀ ਆਪਣੀ ਅਲੱਗ ਤੋਂ ਕੰਟੀਨਿਊ ਹੈ, 7 ਵੀਡੀਓ ਹੋ ਚੁੱਕੀਆਂ ਨੇ। ਇਸ ਤੋਂ ਇਲਾਵਾ ਮੈਥ ਦਾ ਪੋਰਸ਼ਨ ਵੀ ਆਪਣਾ ਕੰਟੀਨਿਊ ਹੈ। ਸੋ ਸਾਰੀਆਂ ਵੀਡੀਓਜ਼ ਦੇ ਲਿੰਕ ਜਿੱਥੋਂ ਤੱਕ ਹੋ ਸਕਿਆ ਮੈਂ ਉੱਪਰ ਆਈ ਬਟਨ ਤੇ ਦੇ ਦਿਆਂਗਾ, ਨਾਲ ਹੀ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਜਾ ਕੇ ਦੇਖ ਸਕਦੇ ਹੋ। ਸੋ ਚਲੋ ਜੀ ਸਟਾਰਟ ਕਰਦੇ ਹਾਂ। ਬੜਾ ਇੰਪੋਰਟੈਂਟ ਟੌਪਿਕ ਅੱਜ ਫਿਰ ਤੋਂ ਆਪਾਂ ਸਟਾਰਟ ਕਰਾਂਗੇ। ਈਵੀਐਸ ਦਾ ਜੰਗਲ ਦੇ ਬਾਰੇ ਪੜ੍ਹਨਾ, ਫੋਰੈਸਟ ਦੇ ਬਾਰੇ ਪੜ੍ਹਨਾ। ਸੋ ਦੇਖੋ ਇਹ ਟੌਪਿਕ ਇੰਪੋਰਟੈਂਟ ਹੈ। ਪਹਿਲਾਂ ਤਾਂ ਮੈਂ ਦੱਸ ਦਿਆਂ ਕਿ ਇਹਦੀ ਇੰਪੋਰਟੈਂਸ ਕੀ ਹੈ। ਕਿ ਅਗਰ 2023 ਦਾ ਪੇਪਰ ਚੱਕੀਏ ਤਾਂ ਉੱਥੇ ਵੀ 2 ਕੁਐਸਚਨ ਇਸ ਟੌਪਿਕ ਦੇ ਵਿੱਚੋਂ ਆਏ ਹੋਏ ਨੇ 2023 ਦੇ ਵਿੱਚੋਂ, ਅੱਜ ਵਾਲੀ ਵੀਕ 20-30 ਮਿੰਟ ਦੀ ਵੀਡੀਓ ਦੇ ਵਿੱਚੋਂ। ਇਸ ਦੇ ਨਾਲ ਹੀ 2021 ਦਾ ਕੁਐਸਚਨ ਪੇਪਰ ਚੱਕੀ ਤਾਂ ਉੱਥੋਂ ਵੀ ਆਪਾਂ ਨੂੰ ਕਰੀਬ 2 ਕੁਐਸਚਨ ਇੱਥੋਂ ਆਏ ਹੋਏ ਨੇ। ਸੋ ਕਾਫੀ ਇੰਪੋਰਟੈਂਟ ਪਾਰਟ ਹੈ ਕਿਉਂਕਿ ਜੰਗਲ ਸਾਡਾ ਡਾਇਰੈਕਟ ਇਨਵਾਇਰਨਮੈਂਟ ਨਾਲ ਰਿਲੇਟਡ ਹੈ ਐਂਡ ਸਾਡੇ ਸਬਜੈਕਟ ਦਾ ਹੀ ਨਾਮ ਹੈ ਈਵੀਐਸ, ਠੀਕ ਹੈ, ਇਨਵਾਇਰਨਮੈਂਟ। ਤਾਂ ਕਰਕੇ ਇੱਥੋਂ ਕੁਐਸਚਨ ਆਉਣਾ ਤੈਅ ਹੈ 100%। ਸੋ ਧਿਆਨ ਨਾਲ ਸੁਣਿਓ, ਥੋੜੇ ਜਿਹੇ ਹੀ ਪੁਆਇੰਟ ਨੇ। ਪੂਰਾ ਦਾ ਪੂਰਾ ਨਿਚੋੜ ਜੋ ਵੀ ਫੋਰੈਸਟ ਦਾ 6th 7th 8th ਕਲਾਸ ਦਾ, ਚਾਹੇ ਉਹ ਐਸਐਸਟੀ ਦਾ ਹੋਵੇ ਚਾਹੇ ਸਾਇੰਸ ਦਾ ਹੋਵੇ, ਉਹ ਮੈਂ ਇੱਥੇ ਤੁਹਾਡੇ ਲਈ ਲੈ ਕੇ ਆਇਆ। ਸੋ ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੀ ਲਾਈਨ ਜਿਹੜੀ ਤੁਸੀਂ ਯਾਦ ਕਰਨੀ ਹੈ, ਅਬਾਊਟ 21% ਆਫ ਇੰਡੀਆਜ਼ ਏਰੀਆ ਇਜ਼ ਅੰਡਰ ਫੋਰੈਸਟ। ਮਤਲਬ ਭਾਰਤ ਦਾ ਲਗਭਗ, ਦੇਖੋ 100% ਏਰੀਆ ਹੋਊਗਾ ਇੰਡੀਆ ਦਾ, ਉਹਨੂੰ 100% ਮੰਨਾਂਗੇ ਅਸੀਂ। 100% ਦੇ ਵਿੱਚੋਂ ਜੀ 21% ਏਰੀਆ ਜਿਹੜਾ ਹੈਗਾ ਉਹ ਆਪਣਾ ਜੰਗਲਾਂ ਹੇਠ ਹੈ। ਮਤਲਬ ਫੋਰੈਸਟ ਕਵਰ ਹੈ ਕਿੰਨੇ ਏਰੀਆ ਦੇ ਵਿੱਚ, 21% ਦੇ ਵਿੱਚ ਲਗਭਗ। ਇਹ ਤੁਸੀਂ ਯਾਦ ਰੱਖਣਾ ਅੰਕੜਾ, ਠੀਕ ਹੈ। ਵੈਸੇ ਆਪਾਂ ਨੂੰ ਪਤਾ ਧਰਤੀ ਤੇ ਬਹੁਤ ਸਾਰਾ ਪਾਣੀ ਹੈ ਆਪਣਾ, ਠੀਕ ਹੈ, ਪਰ ਅਗਰ ਆਪਾਂ ਪੂਰੀ ਲੈਂਡ ਦਾ ਫੋਰੈਸਟ ਏਰੀਆ ਦੇਖੀਏ, ਪੂਰੇ ਇੰਡੀਆ ਦਾ ਫੋਰੈਸਟ ਏਰੀਆ ਦੇਖੀਏ ਤਾਂ ਉਹ ਕਿੰਨਾ ਜੀ 21%। ਸੋ ਅੱਗੇ ਆਪਾਂ ਫੋਰੈਸਟ ਦੇ ਵਿੱਚ ਆਪਾਂ ਨੂੰ ਪਤਾ ਜੀ ਕਿ ਪਲਾਂਟਸ ਹੁੰਦੇ ਨੇ ਜੰਗਲ ਦੇ ਵਿੱਚ, ਠੀਕ ਹੈ, ਪਲਾਂਟਸ ਹੁੰਦੇ ਨੇ। ਇਸ ਤੋਂ ਇਲਾਵਾ ਜੰਗਲ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਇਕੱਲੇ ਪਲਾਂਟਸ ਨਹੀਂ ਜੀ, ਐਨੀਮਲਸ ਵੀ ਹੋਣਗੇ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ ਕਿਉਂਕਿ ਕਈ ਵਾਰ ਜਿਵੇਂ ਇੱਥੇ ਪਿਕਚਰ ਦੇ ਵਿੱਚ ਦੇਖੋ ਦਿਖਾਇਆ ਗਿਆ ਹੈਗਾ ਕਿ ਆ ਇੱਕ ਫੋਰੈਸਟ ਦੀ ਪਿਕਚਰ ਹੈ, ਜਿੱਥੇ ਮੈਂ ਹੁਣ ਟਿਕ ਕੀਤਾਗਾ ਇਹ ਵਾਲੀ ਇੱਕ ਜੰਗਲ ਦੀ ਪਿਕਚਰ ਹੈ ਤੇ ਇਹਦੇ ਵਿੱਚ ਦਰਖਤ ਤੁਹਾਨੂੰ ਦਿਖ ਰਹੇ ਨੇ, ਪਰ ਨਾਲ ਪਲਾਂਟਸ ਦੇ ਨਾਲ ਜੰਗਲ ਦੇ ਵਿੱਚ ਐਨੀਮਲਸ ਜਾਂ ਕਹ ਲਓ ਜਾਨਵਰ ਵੀ ਪਾਏ ਜਾਣਗੇ, ਠੀਕ ਹੈ। ਇਹ ਵੀ ਗੱਲ ਤੁਸੀਂ ਯਾਦ ਰੱਖਣੀ ਆ। ਹੁਣ ਸਭ ਤੋਂ ਪਹਿਲਾਂ ਆਪਾਂ ਪਲਾਂਟਸ ਦੀ ਅਗਰ ਗੱਲ ਕਰਾਂ ਮੈਂ, ਤਾਂ ਪਲਾਂਟਸ ਦੇਖੋ 3 ਤਰ੍ਹਾਂ ਦੇ ਹੁੰਦੇ ਨੇ, ਧਿਆਨ ਨਾਲ ਨੋਟ ਕਰ ਲਿਓ ਉਹਨੂੰ। ਇੱਕ ਬੂਟੀ ਜੀ ਜਿਸਨੂੰ ਅਸੀਂ ਹਰਬਸ ਬੋਲਦੇ ਹਾਂ, ਇੱਕ ਝਾੜੀ ਜਿਸਨੂੰ ਸ਼ਰਬਸ ਬੋਲਦੇ ਹਾਂ, ਇੱਕ ਰੁੱਖ ਆਪਾਂ ਸਭ ਨੂੰ ਪਤਾ ਹੈ, ਰੁੱਖ ਨੂੰ ਅਸੀਂ ਟਰੀ ਬੋਲਦੇ ਹਾਂ, ਠੀਕ ਹੈ। ਸੋ 3 ਤਰ੍ਹਾਂ ਦੇ ਪਲਾਂਟ ਹੋ ਗਏ। ਹੁਣ ਥੋੜਾ ਜਿਹਾ ਧਿਆਨ ਨਾਲ ਕਿ ਕਿਹੜਾ ਪਲਾਂਟ ਕੀ ਹੈ ਨਾ, ਇੱਥੇ ਥੋੜਾ ਜਿਹਾ ਸਮਝ ਲਿਓ ਇਹਨੂੰ ਆਰਾਮ ਦੇ ਨਾਲ। ਤਾਂ ਸਭ ਤੋਂ ਪਹਿਲਾਂ ਜੇ ਮੈਂ ਬੂਟੀ ਦੀ ਗੱਲ ਕਰਾਂ ਤਾਂ ਮੈਂ ਕੁਝ ਕਰੈਕਟਰਿਸਟਿਕ ਲਿਖ ਦਿੰਦਾ ਬੂਟੀ ਦੇ। ਮਤਲਬ ਉਹ ਵਾਲੇ ਦਰਖਤ ਹੋਣਗੇ ਜੀ ਬੂਟੀ, ਉਹਨਾਂ ਨੂੰ ਅਸੀਂ ਬੂਟੀ ਕਹਾਂਗੇ ਨਾਰਮਲੀ, ਜਿਨ੍ਹਾਂ ਦੀ ਉਚਾਈ ਜਿਹੜੀ ਹੈਗੀ ਆ ਵੱਧ ਤੋਂ ਵੱਧ 1 ਮੀਟਰ ਤੱਕ ਹੋਵੇ, ਹਨਾ। 1 ਮੀਟਰ ਤੱਕ ਉਹ ਲੰਬੇ ਹੋਣ, ਠੀਕ ਹੈ, ਉਸ ਤੋਂ ਜ਼ਿਆਦਾ ਨਾ ਹੋਣ, ਮਾੜਾ ਮੋਟਾ ਇੱਧਰ ਉੱਧਰ ਹੋ ਸਕਦਾ, ਉਹਨਾਂ ਨੂੰ ਅਸੀਂ ਨਾਰਮਲੀ ਬੂਟੀ ਕਹਾਂਗੇ। ਇਸ ਤੋਂ ਇਲਾਵਾ ਜਿਹੜਾ ਉਹਨਾਂ ਦਾ ਤਣਾ ਹੈ ਜੀ, ਠੀਕ ਹੈ, ਸੈਕਿੰਡ ਗੱਲ ਹੁੰਦੀ ਹੈ ਤਣੇ ਦੀ। ਤਣਾ, ਸਟੈਮ, ਜਿਵੇਂ ਆ ਦੇਖੋ ਆ ਸਾਰੇ ਦਰਖਤ ਨੇ ਨਾ, ਆ ਇਹਨਾਂ ਦਰਖਤਾਂ ਦੀ ਸਟੈਮ ਹੈ, ਆ ਜਿਹੜਾ ਉੱਪਰ ਨੂੰ ਜਾ ਰਿਹਾ ਹੈਗਾ। ਸੋ ਸਟੈਮ ਜਾਂ ਤਣਾ ਜਿਹੜਾ ਹੈਗਾ ਇਹਨਾਂ ਦਾ ਨਰਮ ਹੋਏਗਾ ਜੀ, ਸਖਤ ਨਹੀਂ ਹੁੰਦਾ ਹੈਗਾ, ਠੀਕ ਹੈ, ਨਰਮ ਹੋਏਗਾ, ਜਾਂ ਕਹ ਲਓ ਹਰਾ ਵੀ ਹੁੰਦਾ ਨਾਲ। ਤਣਾ ਨਰਮ ਵੀ ਹੋਏਗਾ ਤੇ ਹਰਾ ਵੀ ਹੋਏਗਾ। ਸੋ ਇਹਨਾਂ ਨੂੰ ਅਸੀਂ ਬੋਲਦੇ ਹਾਂ ਬੂਟੀ। ਜਿਸ ਤਰੀਕੇ ਨਾਲ ਤੁਸੀਂ ਇਹਨੂੰ ਦੇਖੋ, ਸੋ ਇਹ ਕਣਕ ਹੈ, ਠੀਕ ਹੈ, ਵੀਟ ਹੈ ਕਣਕ, ਜੋ ਕਿ ਆਪਣੇ ਆਮ ਹੀ ਉਗਾਈ ਜਾਂਦੀ ਹੈ। ਕਣਕ ਹੋ ਗਿਆ, ਠੀਕ ਹੈ ਜੀ, ਝੋਨਾ ਹੋ ਗਿਆ ਜਾਂ ਮੱਕੀ ਹੋ ਗਈ, ਇਹ ਸਾਰੇ ਦੇ ਸਾਰੇ ਕੀ ਨੇ, ਇਹ ਸਾਰੇ ਦੇ ਸਾਰੇ ਬੂਟੀ ਨੇ, ਠੀਕ ਹੈ। ਇਹਨਾਂ ਨੂੰ ਅਸੀਂ ਬੂਟੀ ਕਹਾਂਗੇ। ਇੱਕ ਐਗਜ਼ਾਮਪਲ ਮੈਂ ਇੱਥੇ ਲਈ ਹੈ ਤੁਹਾਡੇ ਲਈ ਕਣਕ ਦੀ। ਸੋ ਇਸ ਤੋਂ ਬਾਅਦ ਝਾੜੀ ਦੇਖੋ ਉਹਨਾਂ ਨੂੰ ਕਹਾਂਗੇ ਜਿਨ੍ਹਾਂ ਦੀ ਉਚਾਈ, ਜਿਨ੍ਹਾਂ ਪੌਦਿਆਂ ਦੀ ਉਚਾਈ 1 ਤੋਂ ਲੈ ਕੇ 3 ਮੀਟਰ ਤੱਕ ਹੈ, 1 ਤੋਂ ਲੈ ਕੇ 3 ਮੀਟਰ ਤੱਕ ਹੈ, ਤੇ ਜਿਨ੍ਹਾਂ ਦਾ ਤਣਾ ਥੋੜਾ ਸਖਤ ਹੈ, ਠੀਕ ਹੈ, ਜਿਨ੍ਹਾਂ ਦਾ ਤਣਾ ਮਤਲਬ ਉੱਪਰਲੇ ਨਾਲੋਂ, ਬੂਟੀ ਦੇ ਨਾਲੋਂ ਥੋੜਾ ਕੀ ਹੋਏਗਾ ਜੀ, ਸਖਤ ਹੋਏਗਾ, ਠੀਕ ਹੈ। ਬੂਟੀ ਦੇ ਕੰਪੈਰੀਜ਼ਨ ਤਾਂ ਪਤਾ ਹੀ ਆਪਾਂ ਨੂੰ ਸਖਤ ਹੋਏਗਾ, ਤਾਂ ਉਹਨੂੰ ਅਸੀਂ ਕੀ ਬੋਲਾਂਗੇ, ਝਾੜੀ। ਉਹ ਆਜੂ ਸਾਡੀ ਝਾੜੀ। ਜਿਸ ਤਰੀਕੇ ਨਾਲ ਦੇਖੋ ਇੱਥੇ
ਇਹ ਗੁਲਾਬ ਦਾ ਫੁੱਲ ਹੈ, ਠੀਕ ਹੈ। ਵੈਸੇ ਗੁਲਾਬ ਦਾ ਪੌਦਾ ਜੋ ਪੂਰੇ ਦਾ ਪੂਰਾ ਗੁਲਾਬ ਦਾ ਜੋ ਪੌਦਾ ਹੁੰਦਾ ਸਾਡਾ, ਠੀਕ ਹੈ, ਉਹਨੂੰ ਅਸੀਂ ਬੋਲਦੇ ਹਾਂ ਝਾੜੀ, ਕਿਉਂਕਿ ਉਹਦੀ ਉਚਾਈ 1 ਤੋਂ 3 ਮੀਟਰ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ ਉਹਦਾ ਜੋ ਤਣਾ ਥੋੜਾ ਜਿਹਾ ਸਖਤ ਹੁੰਦਾ ਬੂਟੀ ਦੇ ਨਾਲੋਂ। ਇਸ ਤੋਂ ਬਾਅਦ ਰੁੱਖ। ਰੁੱਖ ਆਪਾਂ ਸਾਰਿਆਂ ਨੂੰ ਪਤਾ ਹੈ, ਟਰੀਜ਼, ਹਨਾ, ਜਿਵੇਂ ਨਿੰਮ ਹੋ ਗਿਆ, ਆ ਸਾਰੀਆਂ ਚੀਜ਼ਾਂ, ਬੋਰਡ ਹੋ ਗਈਆਂ, ਸਾਰਾ ਰੁੱਖ ਦੇ ਵਿੱਚ ਆ ਜਾਊਗਾ। ਸੋ ਇਹਨਾਂ ਦੀ ਉਚਾਈ ਜੀ 3 ਮੀਟਰ ਤੋਂ ਜ਼ਿਆਦਾ ਹੁੰਦੀ ਹੈ, ਮੋਰ ਦੈਨ, ਇੱਥੇ ਨਿਸ਼ਾਨ ਪਾ ਦਿੰਨਾ, ਜਿਨ੍ਹਾਂ ਦੀ ਉਚਾਈ ਨਾਰਮਲੀ 3 ਮੀਟਰ ਤੋਂ ਵੱਧ ਹੋਵੇ ਤੇ ਜਿਨ੍ਹਾਂ ਦਾ ਤਣਾ ਜਿਹੜਾ ਹੈਗਾ, ਜਿਨ੍ਹਾਂ ਦਾ ਤਣਾ, ਸਾਰੇ ਪੁਆਇੰਟ ਤੁਸੀਂ ਨੋਟ ਕਰ ਸਕਦੇ ਹੋ, ਜਿਨ੍ਹਾਂ ਦਾ ਤਣਾ ਬਹੁਤ ਸਖਤ ਹੋਵੇ। ਇੱਥੇ ਮੈਂ ਬਹੁਤ ਸਖਤ ਪਾਤਾ ਤਾਂ ਆਪਣੇ ਆਪ ਤੁਸੀਂ ਸਮਝਣਾ ਕਾਦੀ ਗੱਲ ਮੈਂ ਕੀਤੀ ਹੈ ਇੱਥੇ, ਤਣੇ ਦੀ। ਸੋ ਜਿਨ੍ਹਾਂ ਦੀ ਉਚਾਈ ਜ਼ਿਆਦਾ ਹੋਵੇ 3 ਮੀਟਰ ਤੋਂ, ਤਣਾ ਬਹੁਤ ਸਖਤ ਹੋਵੇ। ਜਿਵੇਂ ਇੱਥੇ ਦੇਖੋ, ਇਹ ਹੈਗਾ, ਮੰਨ ਲਓ ਆਪਣਾ ਇੱਕ ਪੇੜ ਹੈਗਾ ਪ੍ਰੋਪਰ, ਜਿਹੜਾ ਅੰਬ ਦਾ ਜਿਹੜਾ ਰੁੱਖ ਹੈ, ਠੀਕ ਹੈ, ਇਹਨੂੰ ਤੁਸੀਂ ਅੰਬ ਦਾ ਰੁੱਖ ਮੰਨੋ, ਵੈਸੇ ਹੈ ਹੀ ਅੰਬ ਦਾ। ਸੋ ਅੰਬ ਦਾ ਜਿਹੜਾ ਪੌਦਾ ਹੈ, ਇਹ ਆ ਗਿਆ ਆਪਣਾ ਰੁੱਖ ਆਏਗਾ, ਕਿਉਂਕਿ ਇਹਦਾ ਤਣਾ ਦੇਖੋ ਕਾਫੀ ਸਖਤ ਹੈ ਤੇ ਇਹਦੀ ਉਚਾਈ ਵੀ 3 ਮੀਟਰ ਤੋਂ ਜ਼ਿਆਦਾ ਗਈ। ਸੋ ਹੋਪਫੁਲੀ ਤੁਹਾਨੂੰ ਬੂਟੀ, ਝਾੜੀ ਅਤੇ ਰੁੱਖ ਦੇ ਵਿੱਚ ਸਮਝ ਆ ਗਿਆ ਹੋਊਗਾ। ਨਾਰਮਲੀ ਸਾਨੂੰ ਆਲੇ ਦੁਆਲੇ ਕਾਫੀ ਰੁੱਖ ਵੀ ਦੇਖਣ ਨੂੰ ਮਿਲ ਸਕਦੇ ਨੇ, ਕਾਫੀਆਂ ਝਾੜੀਆਂ ਵੀ ਮਿਲਦੀਆਂ ਨੇ, ਜਿਵੇਂ ਗੁਲਾਬ ਇੱਕ ਕਾਮਨ ਹੈ। ਇਸ ਤੋਂ ਇਲਾਵਾ ਬੂਟੀ ਵੀ ਆਪਾਂ ਨੂੰ ਆਲੇ ਦੁਆਲੇ ਦੇਖਣ ਨੂੰ ਮਿਲਦਾ। ਸੋ 3 ਤਰ੍ਹਾਂ ਦੇ ਪੌਦੇ ਹੁੰਦੇ ਨੇ, ਯਾਦ ਰੱਖਣਾ, ਬੂਟੀ, ਝਾੜੀ ਅਤੇ ਰੁੱਖ। ਇੱਥੇ ਸਭ ਤੋਂ ਇੱਕ ਇੰਪੋਰਟੈਂਟ ਪੁਆਇੰਟ ਜਿਹੜਾ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹਣਾ ਉਹ ਇਹ ਹੈ ਕਿ ਕੇਲਾ ਜਿਹੜਾ ਹੈਗਾ, ਹਨਾ, ਬਨਾਨਾ ਜਿਹੜਾ ਹੈਗਾ, ਜਿਸ ਨੂੰ ਅਸੀਂ ਨਾਰਮਲੀ ਯੂਜ਼ ਵੀ ਕਰਦੇ ਹਾਂ, ਇੱਥੇ ਆਪਾਂ ਲਿਖ ਦਿੰਦੇ ਹਾਂ, ਜੋ ਬਨਾਨਾ ਜਾਂ ਕਹ ਲਓ ਕੇਲਾ ਹੈਗਾ। ਹੁਣ ਖੁਦ ਇੱਕ ਵਾਰ ਪਹਿਲਾਂ ਦਿਮਾਗ 'ਚ ਸੋਚੋ ਵੀ ਕੇਲੇ ਦਾ ਪੌਦਾ ਕੀ ਹੋਊਗਾ ਤਿੰਨਾਂ ਦੇ ਵਿੱਚੋਂ। ਤਾਂ ਮੇਬੀ ਜਦੋਂ ਤੁਹਾਡਾ ਫਸਟ ਆਨਸਰ ਜਾਂ ਤੁਹਾਡਾ ਦਿਮਾਗ ਦੇ ਵਿੱਚ ਜੋ ਵੀ ਇਹਦਾ ਆਨਸਰ ਆ ਰਿਹਾ ਹੋਊਗਾ, ਤਾਂ ਮੇਰੇ ਅਕੋਰਡਿੰਗ ਉਹ ਬਹੁਤਿਆਂ ਦਾ ਇਹ ਆ ਰਿਹਾ ਹੋਊਗਾ ਕਿ ਇੱਕ ਰੁੱਖ ਹੈ, ਟਰੀ ਹੈ, ਠੀਕ ਹੈ। ਬਟ ਦਿਸ ਇਜ਼ ਨਾਟ ਦਾ ਕੇਸ, ਇਹ ਸਹੀ ਨਹੀਂ ਹੈਗਾ। ਸੋ ਜੋ ਬਨਾਨਾ ਜਾਂ ਕੇਲਾ ਹੈਗਾ, ਉਹ ਇੱਕ ਤਰ੍ਹਾਂ ਦੀ ਬੂਟੀ ਹੈ ਜੀ, ਉਹਨੂੰ ਅਸੀਂ ਬੂਟੀ ਦੇ ਵਿੱਚ ਰੱਖਾਂਗੇ। ਪੁਆਇੰਟ ਟੂ ਬੀ ਰਿਮੈਂਬਰ, ਇਹ ਥੋੜਾ ਐਕਸੈਪਸ਼ਨ ਕੇਸ ਹੈ। ਵੈਸੇ ਜਦੋਂ ਅਸੀਂ ਸਾਇੰਸ ਦੀ ਗੱਲ ਕਰਦੇ ਹਾਂ, ਕਿਉਂਕਿ এনवायरमेंट ਵੀ ਇੱਕ ਸਾਇੰਸ ਦਾ ਹੀ ਪਾਰਟ ਹੈਗਾ, ਤਾਂ ਬਹੁਤ ਸਾਰੀਆਂ ਐਕਸੈਪਸ਼ਨਸ ਦੇਖਣ ਨੂੰ ਮਿਲਦੀਆਂ ਨੇ। ਐਕਸੈਪਸ਼ਨ ਤੋਂ ਮੇਰਾ ਮਤਲਬ ਇਹ ਹੈ ਕਿ 100 ਦੇ ਵਿੱਚੋਂ 99 ਚੀਜ਼ਾਂ ਇੱਕ ਤਰ੍ਹਾਂ ਦੀਆਂ ਹੋਣਗੀਆਂ, ਪਰ ਕਿਤੇ ਨਾ ਕਿਤੇ ਜੋ ਇੱਕ ਚੀਜ਼ ਹੈ ਉਹਦਾ ਬਿਹੇਵੀਅਰ ਅਲੱਗ ਦਾ ਹੋਏਗਾ। ਸੋ ਨਾਰਮਲੀ ਦੇਖੋ ਕਿੱਡਾ ਵੱਡਾ ਜਿਹੜਾ ਪੌਦਾ ਹੁੰਦਾ ਹੈ, ਹਨਾ, ਬਨਾਨੇ ਦਾ, ਕੇਲੇ ਦਾ, ਪਰ ਉਹਨੂੰ ਅਸੀਂ ਰੁੱਖ ਦੇ ਵਿੱਚ ਕੈਟਾਗਰਾਈਜ਼ ਨਹੀਂ ਕਰਦੇ, ਉਹਨੂੰ ਅਸੀਂ ਬੂਟੀ ਦੇ ਵਿੱਚ ਰੱਖਦੇ ਹਾਂ। ਉਹਦਾ ਕਾਰਨ ਇਹ ਹੈ ਕਿ ਦੇਖੋ, ਭਾਵੇਂ ਉਹਦੀ ਉਚਾਈ 1 ਮੀਟਰ ਤੋਂ ਜ਼ਿਆਦਾ ਗਈ, ਪਰ ਇੱਥੇ ਅਸੀਂ ਆਹ ਕਰੈਕਟਰਿਸਟਿਕ ਵੀ ਧਿਆਨ ਦੇ ਵਿੱਚ ਰੱਖਦੇ ਹਾਂ ਕਿ ਜਿਹੜਾ ਉਹਦਾ ਤਣਾ ਹੁੰਦਾ ਜੀ, ਠੀਕ ਹੈ, ਬਨਾਨੇ ਦਾ ਜਿਹੜਾ ਤਣਾ ਹੁੰਦਾ ਉਹ ਨਰਮ ਹੁੰਦਾ ਤੇ ਹਰਾ ਹੁੰਦਾ, ਉਹ ਸਖਤ ਨਹੀਂ ਹੁੰਦਾ, ਤਾਂ ਕਰਕੇ ਉਹ ਮਤਲਬ ਪਹਿਲੀ ਕੈਟਾਗਰੀ ਦੇ ਵਿੱਚ ਹੀ ਫਾਲ ਕਰ ਗਿਆ। ਠੀਕ ਹੈ, ਹੋਪਫੁਲੀ ਤੁਹਾਨੂੰ ਇਹ ਪੂਰੀ ਸਲਾਈਡ ਸਮਝ ਆ ਗਈ ਹੋਊਗੀ। ਤਾਂ ਜਿੰਨੇ ਵੀ ਮੈਂ ਤੁਹਾਨੂੰ ਪੁਆਇੰਟ ਦੱਸੇ ਨੇ, ਕਿਉਂਕਿ ਬੜੀ ਇੱਕ ਇੰਪੋਰਟੈਂਟ ਗੱਲ ਹੈ, ਇੱਥੋਂ ਬੜਾ ਇੰਪੋਰਟੈਂਟ MCQ ਤੁਹਾਡਾ ਬਣ ਸਕਦਾ ਹੈ ਤੇ ਪੁਰਾਣੇ ਪੇਪਰਾਂ ਦੇ ਵਿੱਚ, ਕਿ ਇਹਨਾਂ ਦੇ ਵਿੱਚੋਂ ਕਿਹੜਾ ਦਰਖਤ ਹੈ, ਕਿਹੜਾ ਰੁੱਖ ਹੈ, ਇਹਦੇ ਵਿੱਚੋਂ ਬਣੇ ਵੀ ਹੋਏ ਨੇ। ਠੀਕ ਹੈ, ਤਾਂ ਕਰਕੇ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਹੜੀਆਂ ਮੇ ਬੀ ਮੈਨੂੰ ਲੱਗਦਾ ਕਿ ਤੁਹਾਨੂੰ ਨੋਟ ਕਰਨੀਆਂ ਚਾਹੀਦੀਆਂ ਨੇ। ਹੁਣ ਆਪਾਂ ਚੱਲਦੇ ਹਾਂ ਆਪਣੇ ਅਗਲੇ ਟੌਪਿਕ ਵੱਲ। ਹਾਂਜੀ, ਨੈਕਸਟ ਅਸੀਂ ਗੱਲ ਕਰਾਂਗੇ ਯੂਜ਼ਸ ਆਫ ਫੋਰੈਸਟ ਦੀ, ਜੰਗਲਾਂ ਦੇ ਲਾਭ। ਜੰਗਲਾਂ ਦਾ ਸਾਨੂੰ ਕੀ ਫਾਇਦਾ ਹੈ? ਮੇਬੀ ਸਾਨੂੰ ਸਭ ਨੂੰ ਇਹ ਆਉਂਦਾ ਹੋਣਾ ਕਿ ਜੰਗਲਾਂ ਤੋਂ ਸਾਨੂੰ ਕੀ ਫਾਇਦਾ ਹੈਗਾ, ਪਰ ਇਹਦੇ ਵਿੱਚ ਆਪਾਂ ਨੂੰ ਕਿਹੜੇ-ਕਿਹੜੇ ਕੁਐਸਚਨ ਪ੍ਰੋਪਰ ਐਗਜ਼ਾਮ ਦੇ ਲਈ ਬਣ ਸਕਦੇ ਆ, ਉਹਨਾਂ ਤੇ ਆਪਣਾ ਮੇਨ ਫੋਕਸ ਰਹੂਗਾ। ਸਭ ਤੋਂ ਪਹਿਲੀ ਗੱਲ, ਜੰਗਲ ਭੂ-ਖੋਰ ਨੂੰ ਰੋਕਦੇ ਨੇ। ਭੂ-ਖੋਰ ਨੂੰ ਅਸੀਂ ਜੀ ਸੋਇਲ ਇਰੋਜ਼ਨ ਬੋਲਦੇ ਹਾਂ, ਭੂ-ਖੋਰ ਨੂੰ ਇੰਗਲਿਸ਼ ਦੇ ਵਿੱਚ। ਸੋ ਇੰਗਲਿਸ਼ ਵਾਲੇ ਵੀ ਨਾਲ ਦੀ ਨਾਲ ਨੋਟ ਕਰ ਸਕਦੇ ਨੇ। ਸੋ ਸੋਇਲ ਇਰੋਜ਼ਨ ਨੂੰ ਸਟਾਪ ਕਰਦੇ ਨੇ, ਰੋਕਦੇ ਨੇ। ਸੋ ਇਹ ਅਸਲ ਦੇ ਵਿੱਚ ਭੂ-ਖੋਰ ਹੁੰਦਾ ਕੀ ਹੈ ਕਿ ਜੋ ਸਾਡੀ ਮਿੱਟੀ ਹੈ ਜੀ, ਉਹਦੀ ਉੱਪਰਲੀ ਪਰਤ ਦੇ ਰਿਮੂਵ ਹੋਣ ਨੂੰ, ਮਿੱਟੀ ਦੀ ਉੱਪਰਲੀ ਪਰਤ ਦੇ ਟਾਈਮ ਦੇ ਨਾਲ ਹੌਲੀ-ਹੌਲੀ ਰਿਮੂਵ ਹੋਣ ਨੂੰ ਅਸੀਂ ਬੋਲਦੇ ਹਾਂ ਜੀ ਭੌਂ-ਖੋਰ। ਠੀਕ ਹੈ, ਕਿਉਂਕਿ ਉੱਪਰਲੀ ਤੱਤ ਦੇ ਵਿੱਚ ਹੀ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ, ਜ਼ਿਆਦਾ ਨਿਊਟ੍ਰੀਐਂਟਸ ਵਗੈਰਾ ਹੁੰਦੇ ਨੇ। ਸੋ ਮਿੱਟੀ ਦੀ ਉੱਪਰਲੀ ਪਰਤ ਦੇ ਰਿਮੂਵ ਹੋਣ ਨੂੰ, ਹਟਣ ਨੂੰ ਭੌਂ-ਖੋਰ ਅਸੀਂ ਬੋਲਦੇ ਹਾਂ। ਸੋ ਜੰਗਲ ਅਗਰ ਲੱਗੇ ਹੋਣ ਤਾਂ ਭੌਂ-ਖੋਰ ਨਹੀਂ ਹੋਣ ਦਿੰਦੇ, ਜੋ ਕਿ ਵਧੀਆ ਗੱਲ ਹੈ। ਇਸ ਤੋਂ ਇਲਾਵਾ ਜੰਗਲ ਕਿਸੇ ਥਾਂ ਦੇ ਜਲਵਾਯੂ ਨੂੰ ਨਿਯੰਤਰਿਤ ਕਰਦੇ ਹਨ। ਜਲਵਾਯੂ ਤੋਂ ਇੱਥੇ ਮੇਰਾ ਮਤਲਬ ਹੈ ਜੀ ਕਲਾਈਮੇਟ। ਠੀਕ ਹੈ, ਹਾਲਾਂਕਿ ਵੈਦਰ ਹੋਰ ਹੁੰਦਾ, ਕਲਾਈਮੇਟ ਹੋਰ ਹੁੰਦਾ। ਜਲਵਾਯੂ ਨੂੰ ਜਿਹੜਾ ਨਿਯੰਤਰਣ ਕਰਦੇ ਨੇ, ਕਹਿਣ ਦਾ ਮਤਲਬ ਕਦੋਂ ਵਰਖਾ ਹੋਏਗੀ, ਕਦੋਂ ਨਹੀਂ ਹੋਏਗੀ, ਹਨਾ, ਸਹੀ ਟਾਈਮ ਤੇ ਮੀਂਹ ਪਊਗਾ, ਇਹ ਸਾਰੀਆਂ ਚੀਜ਼ਾਂ ਮਤਲਬ ਜਲਵਾਯੂ ਦੇ ਵਿੱਚ ਆ ਜਾਂਦੀਆਂ ਨੇ। ਹਵਾਵਾਂ ਕਿਹੜੀ ਦਿਸ਼ਾ 'ਚ ਚੱਲਣਗੀਆਂ, ਸਾਰਾ ਕੁਝ ਪ੍ਰੋਪਰ ਆ ਜਾਂਦਾ ਹੈਗਾ। ਸੋ ਜਲਵਾਯੂ ਜਾਂ ਕਹ ਲਓ ਕਲਾਈਮੇਟ ਨੂੰ ਵੀ ਕੌਣ ਕੰਟਰੋਲ ਕਰਦਾ ਹੈਗਾ? ਜੰਗਲ। ਇਸ ਤੋਂ ਇਲਾਵਾ ਮੋਸਟ ਇੰਪੋਰਟੈਂਟ ਪੁਆਇੰਟ, ਜੰਗਲ ਵਿਸ਼ਵ ਤਾਪਨ, ਗਲੋਬਲ ਵਾਰਮਿੰਗ ਨੂੰ ਘਟਾਉਂਦੇ ਨੇ। ਬਹੁਤ ਇੰਪੋਰਟੈਂਟ ਕੰਸੈਪਟ ਹੈ ਜੀ ਗਲੋਬਲ ਵਾਰਮਿੰਗ ਦਾ। ਹਾਲਾਂਕਿ ਆਪਾਂ ਗ੍ਰੀਨ ਹਾਊਸ ਇਫੈਕਟ ਤੇ ਗਲੋਬਲ ਵਾਰਮਿੰਗ ਇਕੱਠੇ ਪੜਾਂਗੇ ਬਾਅਦ ਦੇ ਵਿੱਚ, ਬਟ ਗਲੋਬਲ ਵਾਰਮਿੰਗ ਹੁੰਦਾ ਕੀ ਹੈ, ਵਿਸ਼ਵ ਤਾਪਨ ਹੁੰਦਾ ਕੀ ਹੈ? ਨਾਮ ਤੋਂ ਹੀ ਪਤਾ ਲੱਗੀ ਜਾਂਦਾ, ਤਾਪਨ, ਕਿ ਸਾਲ ਬਾਏ ਸਾਲ ਜੋ ਧਰਤੀ ਦੇ ਤਾਪਮਾਨ ਵਿੱਚ ਹੋ ਰਿਹਾ ਵਾਧਾ, ਉਹਨੂੰ ਅਸੀਂ ਬੋਲਦੇ ਹਾਂ ਜੀ ਗਲੋਬਲ ਵਾਰਮਿੰਗ।
ਠੀਕ ਹੈ, ਕਿ ਹਰ ਸਾਲ ਬਾਏ ਸਾਲ ਧਰਤੀ ਦੇ ਤਾਪਮਾਨ ਵਿੱਚ ਮਤਲਬ ਹੋਣ ਵਾਲੇ ਵਾਧੇ ਨੂੰ ਕੀ ਬੋਲਦੇ ਹਾਂ ਅਸੀਂ, ਗਲੋਬਲ ਵਾਰਮਿੰਗ, ਜੋ ਕਿ ਸਹੀ ਗੱਲ ਨਹੀਂ ਹੈਗੀ, ਹੈ ਨਾ। ਇਹਦੇ ਨਾਲ ਕਾਫੀ ਤਰ੍ਹਾਂ ਦੇ ਪਲਾਂਟਸ, ਐਨੀਮਲਸ ਜਾਂ ਹੋਰ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਨੇ। ਸੋ ਗਲੋਬਲ ਵਾਰਮਿੰਗ ਇੱਕ ਮਤਲਬ ਬਹੁਤ ਚਿੰਤਾ ਦਾ ਵਿਸ਼ਾ ਹੈਗਾ, ਜਿਸ ਦੀ ਆਪਾਂ ਡਿਟੇਲ ਦੇ ਵਿੱਚ ਅੱਗੇ ਵੀ ਡਿਸਕਸ਼ਨ ਕਰਾਂਗੇ। ਅਗਰ ਜੰਗਲ ਲੱਗੇ ਹੋਣ, ਦਰਖਤ ਲੱਗੇ ਹੋਣ, ਪੌਦੇ ਲੱਗੇ ਹੋਣ, ਤਾਂ ਜੋ ਗਲੋਬਲ ਵਾਰਮਿੰਗ ਹੈ ਜੀ ਉਹ ਘਟੂਗੀ, ਮਤਲਬ ਤਾਪਮਾਨ 'ਚ ਵਾਧਾ ਨਹੀਂ ਹੁੰਦਾ ਜ਼ਿਆਦਾ। ਸੋ ਇਹਦੇ ਲਈ ਇੱਕ ਮੇਨ ਗੈਸ ਰਿਸਪੌਂਸੀਬਲ ਹੈ, ਜਿਹਦਾ ਨਾਮ ਹੁੰਦਾ CO2, ਕਾਰਬਨ ਡਾਈਆਕਸਾਈਡ। ਦੇਖੋ, ਕਾਰਬਨ ਮਤਲਬ ਸੀ, ਡਾਈਆਕਸਾਈਡ, ਡਾਈ ਮੀਨਸ ਦੋ, ਆਕਸਾਈਡ ਮਤਲਬ ਆਕਸੀਜਨ, CO2। ਕਾਰਬਨ ਡਾਈਆਕਸਾਈਡ ਇੱਕ ਰਿਸਪੌਂਸੀਬਲ ਹੈ ਇਹਦੇ ਲਈ। ਇਸ ਨੂੰ ਅਸੀਂ ਗ੍ਰੀਨ ਹਾਊਸ ਗੈਸ ਵੀ ਬੋਲਦੇ ਹਾਂ, CO2 ਨੂੰ। ਠੀਕ ਹੈ, ਹਰਾ ਗ੍ਰਹਿ ਪ੍ਰਭਾਵ, ਗ੍ਰੀਨ ਹਾਊਸ ਗੈਸ। ਹਾਲਾਂਕਿ ਮੈਂ ਤੁਹਾਨੂੰ ਇੱਕ ਵਾਰ ਇੱਥੇ ਮੈਂ ਫਿਰ ਦੱਸ ਦਿਆਂ ਕਿ ਜੋ ਗ੍ਰੀਨ ਹਾਊਸ ਇਫੈਕਟ ਹੈ, ਹਰਾ ਗ੍ਰਹਿ ਪ੍ਰਭਾਵ ਅਤੇ ਗਲੋਬਲ ਵਾਰਮਿੰਗ ਹੈ, ਤੇ ਆਪਾਂ ਇੱਕ ਡਿਫਰੈਂਟ ਵੀ ਕਲਾਸ ਲਵਾਂਗੇ, ਜਿਵੇਂ ਆਪਾਂ ਤੇਜ਼ਾਬੀ ਵਰਖਾ ਵਗੈਰਾ ਬਾਰੇ ਟੌਪਿਕ ਜਿਹੜੇ ਕਵਰ ਕੀਤੇ ਨੇ, ਜਦੋਂ ਆਪਾਂ ਪ੍ਰੋਪਰ ਇਨਵਾਇਰਨਮੈਂਟ ਦੀ ਗੱਲ ਕਰਾਂਗੇ। ਸੋ ਇੱਥੇ ਤੁਸੀਂ ਥੋੜਾ ਜਿਹਾ ਯਾਦ ਰੱਖਿਓ, ਦੇਖੋ ਇਹੀ ਚੀਜ਼ਾਂ, ਕਿ ਧਰਤੀ ਦੇ ਤਾਪਮਾਨ ਵਿੱਚ ਲਗਾਤਾਰ ਹੋਣ ਵਾਲੇ ਵਾਧੇ ਨੂੰ ਅਸੀਂ ਗਲੋਬਲ ਵਾਰਮਿੰਗ ਜਾਂ ਵਿਸ਼ਵ ਤਾਪਨ ਕਹਿੰਦੇ ਆ। ਇਹਦੇ ਲਈ CO2 ਗੈਸ ਮੇਨ ਤੌਰ ਤੇ ਰਿਸਪੌਂਸੀਬਲ ਹੈ, ਜੋ ਕਿ ਇੱਕ ਗ੍ਰੀਨ ਹਾਊਸ ਗੈਸ ਹੈਗੀ। ਇਸ ਤੋਂ ਬਾਅਦ ਜੰਗਲਾਂ ਤੋਂ ਸਾਨੂੰ ਇਮਾਰਤੀ ਲੱਕੜੀ ਮਿਲਦੀ ਹੈ ਜੀ, ਟਿੰਬਰ ਬੋਲਦੇ ਹਾਂ ਅਸੀਂ ਲੱਕੜ ਨੂੰ। ਇਮਾਰਤੀ ਲੱਕੜੀ ਮਿਲਦੀ ਹੈ ਜੰਗਲਾਂ ਤੋਂ। ਜਿਵੇਂ ਦੇਖੋ ਕਿਹੜੇ ਕਿਹੜੇ ਦਰਖਤ ਨੇ, ਬਹੁਤ ਸਾਰੇ ਦਰਖਤ ਨੇ, ਆਪਾਂ ਜਾਣਦੇ ਹਾਂ ਕਿ ਜਿਨ੍ਹਾਂ ਦੀ ਲੱਕੜੀ ਬੜੀ ਇੰਪੋਰਟੈਂਟ ਹੈ। ਠੀਕ ਹੈ, ਜਿਨ੍ਹਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਦੀਆਂ ਨੇ। ਸੋ ਕਾਫੀ ਤਰ੍ਹਾਂ ਦੇ ਹੋ ਸਕਦੇ ਨੇ ਦਰਖਤ ਇੱਥੇ। ਅਗਰ ਮੈਂ ਕੁਝ ਇੱਥੇ ਐਗਜ਼ਾਮਪਲ ਲਵਾਂ, ਜਿਵੇਂ ਇੱਕ ਟੀਕ ਹੁੰਦਾ ਜੀ, ਠੀਕ ਹੈ। ਵੈਸੇ ਨਿੰਮ ਨੁੰਮ ਇਹ ਤਾਂ ਸਾਰਾ ਕੁਝ ਤੁਹਾਨੂੰ ਪਤਾ ਹੀ ਹੈਗਾ। ਇੱਥੇ ਆਪਾਂ ਥੋੜੇ ਦੂਸਰੇ ਲਿਖ ਲੈਂਦੇ ਹਾਂ ਜਿਹੜੇ ਆਪਾਂ ਨੂੰ ਨਹੀਂ ਪਤਾ ਹੁੰਦੇ। ਸੋ ਇੱਕ ਟੀਕ ਹੋ ਗਿਆ, ਠੀਕ ਹੈ। ਇਹ ਵਾਲਾ ਦਰਖਤ ਹੈ ਵੀ ਨਿੰਮ ਵਾਂਗੂ, ਜਿਵੇਂ ਸਪੈਦਾ ਨਿੰਮ ਹੋ ਗਿਆ, ਉਦਾਂ ਦੇ ਬਣ ਜਾਂਦੇ ਨੇ ਬਾਅਦ ਦੇ ਵਿੱਚ। ਇੱਕ ਸਾਲ ਹੋ ਗਿਆ ਜੀ, ਠੀਕ ਹੈ, SAL, ਸੱਸੇ ਕੰਨਾ ਲੱਲਾ, ਸਾਲ ਹੋ ਗਿਆ। ਸੋ ਇਹ ਕਾਫੀ, ਇਹ ਤੁਸੀਂ ਕਾਈਂਡਲੀ ਨੋਟ ਕਰਦੇ ਜਾਓ, ਕਿਉਂਕਿ ਇੱਥੇ ਮੈਂ ਸਫੈਦਾ ਹੋ ਗਿਆ, ਨਿੰਮ ਹੋ ਗਿਆ, ਠੀਕ ਹੈ ਜੀ, ਜਾਂ ਹੋਰ ਦਰਖਤ ਕਿੱਕਰ ਹੋ ਗਈ, ਜਾਂ ਮਤਲਬ ਇੱਕ ਇਦਾਂ ਦੇ ਦਰਖਤ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੈ, ਉਹ ਮੈਂ ਨੋਟ ਨਹੀਂ ਕਰ ਰਿਹਾ, ਮੈਂ ਦੂਜੇ ਨੋਟ ਕਰਵਾ ਰਿਹਾ, ਜਿਹੜੇ ਕਿ ਜ਼ਿਆਦਾ ਇੰਪੋਰਟੈਂਟ ਨੇ, ਜੋ ਕਿ ਬੁੱਕ ਦੇ ਵਿੱਚ ਮੈਂਸ਼ਨ ਕੀਤੇ ਹੁੰਦੇ ਨੇ ਪ੍ਰੋਪਰ ਵੇ ਦੇ ਨਾਲ। ਸੋ ਟੀਕ ਹੋ ਗਿਆ, ਸਾਲ ਹੋ ਗਿਆ, ਇਹ ਨਿੰਮ ਵਗੈਰਾ ਵਰਗੇ ਆ ਗਏ, ਵੱਡੇ ਵੱਡੇ ਬਣਦੇ ਨੇ। ਇਸ ਤੋਂ ਇਲਾਵਾ ਕਚਨਾਰ ਵੀ ਹੁੰਦਾ ਜੀ ਇੱਕ, ਠੀਕ ਹੈ। ਕਚਨਾਰ ਇੱਥੇ ਲਿਖ ਦਿੰਦਾ ਮੈਂ, KACHNAR, ਕਚਨਾਰ। तो कचनार ਦੀ ਕਾਫੀ ਮੈਡੀਸਿਨਲ ਪ੍ਰੋਪਰਟੀ ਹੈ ਜੀ ਕਚਨਾਰ, ਮਤਲਬ ਇਹ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਗੈਰਾ ਬਣਦੀਆਂ ਨੇ। ਸੋ ਮੈਡੀਸਨ ਤੌਰ ਤੇ ਇਹਦਾ ਕਾਫੀ ਬੈਨੀਫਿਟ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਨਾਲ ਦੀ ਨਾਲ ਨੋਟ ਕਰ ਲੈਣੀਆਂ ਨੇ। ਲੇਟਰ ਔਨ ਜਦੋਂ ਮੈਂ MCQ ਕਰਵਾਉਂਗਾ, ਤੁਹਾਨੂੰ ਪਤਾ ਲੱਗੂਗਾ ਕਿ ਸਾਰੇ ਦੇ ਸਾਰੇ ਪੁਆਇੰਟ ਕਿੰਨੇ ਜ਼ਿਆਦਾ ਇੰਪੋਰਟੈਂਟ ਸੀ ਤੁਹਾਡੇ ਲਈ, ਕਿਉਂਕਿ ਜਿਹੜੀ ਸਕਰੀਨ ਤੇ ਲਿਖਿਆ ਨਾ, ਉਹ ਤਾਂ ਸਿਰਫ ਇਹ ਮੰਨੋ ਤੁਸੀਂ 30 35 40% ਹੀ ਹੁੰਦਾ ਹੈ। 20 ਤੋਂ 30% ਮੈਂ ਬੋਲਦਾ, ਸਿਮਿਲਰਲੀ 30 ਤੋਂ 40% ਮੈਂ ਜਿਹੜਾ ਲਿਖਦਾ, ਮਤਲਬ ਉਹ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ। ਇਸ ਤੋਂ ਇਲਾਵਾ ਕਈ ਪੌਦਿਆਂ ਤੋਂ ਦਵਾਈਆਂ ਬਣਦੀਆਂ ਨੇ ਜੀ, ਮੈਡੀਸਨ ਤਿਆਰ ਕੀਤੀਆਂ ਜਾਂਦੀਆਂ ਨੇ। ਆਪਾਂ ਨੂੰ ਪਤਾ ਹੈ ਕਿ ਜਿਵੇਂ ਨਿੰਮ ਹੋ ਗਿਆ, ਹੈ ਨਾ, ਇਹ ਚੀਜ਼ਾਂ, ਜਾਂ ਜਿਵੇਂ ਔਲੇ ਦਾ ਪੌਦਾ ਹੋ ਗਿਆ, ਉਹਨਾਂ ਤੋਂ ਕਾਫੀ ਤਰ੍ਹਾਂ ਦੀ ਆਯੁਰਵੈਦਿਕ ਮੈਡੀਸਨ ਵੀ ਤਿਆਰ ਹੁੰਦੀਆਂ ਨੇ। ਜਾਂ ਜਿਵੇਂ ਹੁਣੀ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਕਚਨਾਰ ਹੈ ਜੀ, ਇਹ ਤੋਂ ਵੀ ਕੋਈ ਮੈਡੀਸਨ ਬਣਦੀ ਹੈ, ਐਂਟੀਆਕਸੀਡੈਂਟ ਹੁੰਦੀ ਹੈ। ਸੋ ਮਤਲਬ ਜੋ ਪੌਦੇ ਨੇ, ਉਹਨਾਂ ਤੋਂ ਜੋ ਮੈਡੀਸਨਸ ਬਣਦੀ ਪ੍ਰਕਿਰਿਆ, ਪਰੰਪਰਾ ਹੈਗੀ, ਉਹ ਬਹੁਤ ਪੁਰਾਣੀ ਹੈਗੀ। ਸੋ ਹੋਪਫੁਲੀ ਇਹ ਜਿੰਨਾ ਕਿ ਮੈਂ ਤੁਹਾਨੂੰ ਪੁਆਇੰਟ ਸਲਾਈਡ ਦੇ ਵਿੱਚ ਸਮਝਾਇਆ, ਦੇਖਣ ਨੂੰ ਦੇਖੋ ਟੌਪਿਕ ਕਿੰਨਾ ਛੋਟਾ ਤੇ ਕਿੰਨਾ ਸੌਖਾ ਲੱਗਦਾ, ਕਿ ਜੰਗਲਾਂ ਦੇ ਲਾਭ, ਕਿ ਆਪਾਂ ਛੋਟੇ ਬੱਚੇ ਨੂੰ ਵੀ ਪੁੱਛ ਲਈ, ਉਹ ਵੀ ਦੱਸ ਦੂਗਾ ਕਿ ਭਾਈ ਕੀ ਲਾਭ ਨੇ। ਪਰ ਇਹਦੇ ਵਿੱਚ ਜਿੰਨੀ ਆਪਾਂ ਗੱਲ ਕੀਤੀ ਹੈ, ਜਿਵੇਂ ਭੌਂਖੋਰ ਕੀ ਹੁੰਦਾ ਹੈਗਾ, ਠੀਕ ਹੈ, ਇਸ ਤੋਂ ਇਲਾਵਾ ਗਲੋਬਲ ਵਾਰਮਿੰਗ ਕੀ ਹੁੰਦੀ ਹੈ, ਕਿਹੜੀ ਗੈਸ ਰਿਸਪੌਂਸੀਬਲ ਹੈ, ਉਸ ਗੈਸ ਨੂੰ ਕੀ ਬੋਲਦੇ ਆ, ਇਸ ਤੋਂ ਇਲਾਵਾ ਕਿਹੜੇ ਕਿਹੜੇ ਪੌਦੇ ਨੇ ਜਿਨ੍ਹਾਂ ਤੋਂ ਮਤਲਬ ਮੇਨ, ਜਿਵੇਂ ਨਿੰਮ ਜਾਂ ਆਪਣੇ ਸਫੈਦੇ ਵਰਗੇ ਆ ਗਏ, ਜਿਨ੍ਹਾਂ ਦੀ ਲੱਕੜ ਮਤਲਬ ਮੇਨ ਹੈ, ਜਿਵੇਂ ਟੀਕ, ਸਾਲ ਹੋ ਗਏ, ਕਚਨਾਰ ਦਵਾਈਆਂ ਵਾਲੇ ਕਿਹੜੇ ਹੋ ਗਏ, ਮਤਲਬ ਕਾਫੀ ਚੀਜ਼ਾਂ ਨੂੰ ਅਸੀਂ ਕਵਰ ਕੀਤਾ ਹੈ ਇਸ ਸਲਾਈਡ ਦੇ ਵਿੱਚ। ਹਾਂਜੀ, ਨੈਕਸਟ ਦਾ ਮੋਸਟ ਇੰਪੋਰਟੈਂਟ ਟੌਪਿਕ, ਫੂਡ ਚੇਨ, ਭੋਜਨ ਲੜੀ। ਤੇ ਚਾਹੇ ਅਸੀਂ ਜੰਗਲਾਂ ਬਾਰੇ ਪੜ੍ਹਦੇ ਪਏ ਹਾਂ, ਪਰ ਇਹਦੇ ਵਿੱਚ ਅਸੀਂ ਇੱਕ ਬੜਾ ਇੰਪੋਰਟੈਂਟ ਟੌਪਿਕ ਕਵਰ ਕਰਾਂਗੇ। ਨਾਲੇ ਥੋੜਾ ਜਿਹਾ ਆਪਣਾ ਚੇਂਜ ਹੋ ਜਾਊਗਾ ਕਿ ਜੰਗਲਾਂ ਦੇ ਲਾਭ, ਇਹ ਬੜੇ ਸਿੰਪਲ ਜਿਹੜੇ ਆਪਾਂ ਟੌਪਿਕ ਕੀਤੇ ਨੇ। ਸੋ ਫੂਡ ਚੇਨ, ਕਿਉਂਕਿ ਸਾਰਾ ਕੁਝ ਜੰਗਲ ਦੇ ਵਿੱਚ ਹੀ ਵਾਪਰਦਾ, ਤਾਂ ਕਰਕੇ ਫੂਡ ਚੇਨ ਵਾਲਾ ਕੰਸੈਪਟ ਆਪਾਂ ਇੱਥੇ ਲੈ ਕੇ ਆਵਾਂਗੇ। ਇਹਦੇ ਵਿੱਚੋਂ ਸਭ ਤੋਂ ਪਹਿਲਾਂ ਕੁਝ ਪੁਆਇੰਟ ਤੁਸੀਂ ਯਾਦ ਕਰਨੇ ਨੇ। ਦੋ ਗੱਲਾਂ ਨੇ, ਮੈਂ ਇੱਥੇ ਲਿਖ ਦਿੰਦਾ। ਨੰਬਰ 1, ਆਪਾਂ ਇੱਥੇ ਜਗ੍ਹਾ ਜੀ ਬਣਾ ਕੇ ਲਿਖ ਲੈਂਦੇ ਹਾਂ। ਨੰਬਰ 1 ਤਾਂ ਆਹੀ ਹੈ ਜੀ, ਪ੍ਰੋਡਿਊਸਰ, ਠੀਕ ਹੈ, ਇੱਥੇ ਲਿਖਿਆ ਪਿਆ ਤਾਂ ਪ੍ਰੋਡਿਊਸਰ, ਜਿਸ ਨੂੰ ਅਸੀਂ ਬੋਲਦੇ ਹਾਂ ਉਤਪਾਦਕ, ਠੀਕ ਹੈ ਜੀ। ਨੰਬਰ 2 ਤੇ ਆ ਜਾਂਦੇ ਨੇ ਕੰਜ਼ਿਊਮਰ, ਕੰਜ਼ਿਊਮਰ, ਇੱਥੇ ਲਿਖ ਲੈਣਾ ਮੈਂ ਕੰਜ਼ਿਊਮਰ, ਜਿਸ ਨੂੰ ਅਸੀਂ ਬੋਲਦੇ ਹਾਂ ਖਪਤਕਾਰ। ਆ ਦੇਖੋ, ਆ ਲਿਖਿਆ ਹੋਇਆ ਖਪਤਕਾਰ, ਤੇ ਇਹਨੂੰ ਬੋਲਦੇ ਹਾਂ ਅਸੀਂ ਖਪਤਕਾਰ। ਇੱਥੇ ਆਪਾਂ ਲਿਖ ਦਿੰਦੇ ਹਾਂ, ਕਿਉਂਕਿ ਫੂਡ ਚੇਨ ਨੂੰ ਸਮਝਣ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਇਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈਗਾ
ਖਪਤਕਾਰ। ਇੱਕ ਹੁੰਦੇ ਆ ਜੀ ਨਖੇੜਕ ਜਾਂ ਕਹਿ ਲਓ ਡੀਕੰਪੋਜ਼ਰ। ਸੋ ਤਿੰਨ ਚੀਜ਼ਾਂ ਮੇਨ ਨੇ ਇਸ ਫੂਡ ਲੜੀ ਨੂੰ ਸਮਝਣ ਤੋਂ ਪਹਿਲਾਂ। ਡੀਕੰਪੋਜ਼ਰ ਹੁੰਦੇ ਨੇ ਨਖੇੜਕ, ਆ ਪਏ ਨੇ ਲਿਖੇ ਨੀਚੇ, ਠੀਕ ਹੈ, ਨਖੇੜਕ। ਸੋ ਹੁਣ ਪਹਿਲਾਂ ਦੇਖੋ ਧਿਆਨ ਨਾਲ, ਪ੍ਰੋਡਿਊਸਰ ਜਾਂ ਉਤਪਾਦਕ ਉਹ ਹੁੰਦੇ ਨੇ ਜਿਹੜੇ ਚੀਜ਼ ਪੈਦਾ ਕਰਦੇ ਨੇ, ਜਿਹੜੇ ਭੋਜਨ ਨੂੰ ਪੈਦਾ ਕਰਦੇ ਨੇ, ਪ੍ਰੋਡਿਊਸ ਕਰਦੇ ਨੇ, ਜਿਵੇਂ ਪੌਦੇ। ਸੋ ਮੇਨ ਤਾਂ ਆਪਣੇ ਹਰੇ ਪੌਦੇ ਆ ਗਏ ਜੀ, ਜਿਹੜੇ ਸਾਰੇ ਉਤਪਾਦਕ ਹੁੰਦੇ ਨੇ ਜਾਂ ਕਹਿ ਲਓ ਪ੍ਰੋਡਿਊਸਰ ਹੁੰਦੇ ਨੇ, ਜਿਵੇਂ ਇੱਥੇ ਗ੍ਰੀਨ ਪਲਾਂਟ ਦੀ ਆਪਾਂ ਐਗਜ਼ਾਮਪਲ ਲਈ ਹੋਈ ਹੈ, ਠੀਕ ਹੈ। ਜਿਵੇਂ ਹੁਣ ਆਪਾਂ ਕਹਿ ਦਈਏ ਕਿ ਆਪਾਂ ਰਸੋਈ ਦੇ ਵਿੱਚ ਜਿਹੜਾ ਹੈਗਾ ਨਾਰਮਲੀ ਆਪਣਾ ਖਾਣਾ, ਮੰਨ ਲਓ ਆਪਾਂ ਕੋਈ ਕੱਦੂ ਤੋੜਿਆ, ਠੀਕ ਹੈ ਜੀ, ਉਹਨੂੰ ਰਸੋਈ ਦੇ ਵਿੱਚ ਆਪਾਂ ਬਣਾਇਆ, ਤਾਂ ਆਪਾਂ ਨੂੰ ਇਹ ਹੁੰਦਾ ਕਿ ਹਿਊਮਨ ਬਣਾ ਰਿਹਾ ਹੈ ਨਾ, ਕਿ ਅਸੀਂ ਪ੍ਰੋਡਿਊਸਰ ਹੋ ਗਏ, ਬਟ ਇਦਾਂ ਨਹੀਂ ਹੈਗਾ। ਜੋ ਮਤਲਬ ਜੋ ਵੀ ਸਬਜ਼ੀ ਹੈ, ਕੱਦੂ ਦੀ ਆਪਾਂ ਐਗਜ਼ਾਮਪਲ ਲਈ ਹੈ, ਉਹ ਪੌਦੇ ਤੋਂ ਹੀ ਆਈ ਹੈ ਨਾ, ਤਾਂ ਪ੍ਰੋਡਿਊਸ ਉਹਨੂੰ ਕਿਹਨੇ ਕੀਤਾ, ਉਹਦਾ ਉਤਪਾਦਕ ਕੌਣ ਹੈ ਜੀ, ਪੌਦਾ ਗਾ। ਅਸੀਂ ਸਿਰਫ ਉਹਨੂੰ ਪਕਾ ਰਹੇ ਹਾਂ ਰਸੋਈ ਦੇ ਵਿੱਚ। ਸੋ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਉਤਪਾਦਕ ਨਾਰਮਲੀ ਕੀ ਹੁੰਦੇ ਨੇ, ਪੌਦੇ ਹੁੰਦੇ ਨੇ ਸਾਡੇ। ਉਸ ਤੋਂ ਬਾਅਦ ਕੰਜ਼ਿਊਮਰ ਦਾ ਮਤਲਬ ਖਪਤਕਾਰ, ਵੀ ਉਹਨੂੰ ਕੌਣ ਖਪਤ ਕਰੂਗਾ, ਉਹਨੂੰ ਕੌਣ ਖਾਊਗਾ, ਠੀਕ ਹੈ, ਉਹਨੂੰ ਅਸੀਂ ਬੋਲਦੇ ਹਾਂ ਕੰਜ਼ਿਊਮਰ। ਹੁਣ ਕੰਜ਼ਿਊਮਰ ਕਈ ਤਰ੍ਹਾਂ ਦੇ ਨੇ, ਦੇਖੋ ਇਹ ਪਹਿਲੇ ਦਰਜੇ ਦੇ ਮੈਂ ਲਿਖਿਆ ਹੋਇਆ ਇੱਥੇ, ਪਹਿਲੇ ਤੋਂ ਬਾਅਦ ਦੂਜੇ ਦਰਜੇ ਦੇ ਖਪਤਕਾਰ, ਫਿਰ ਤੀਜੇ ਦੇ, ਫਿਰ ਚੌਥੇ ਦੇ, ਕਈ ਤਰ੍ਹਾਂ ਦੇ ਹੋ ਸਕਦੇ ਨੇ ਇਹ, ਠੀਕ ਹੈ। ਮਤਲਬ ਖਪਤਕਾਰ ਜਿਹੜਾ ਮਤਲਬ ਪ੍ਰੋਡਿਊਸ ਹੋਈ ਚੀਜ਼ ਨੂੰ ਖਾਊਗਾ, ਉਹਨੂੰ ਬੋਲਾਂਗੇ ਅਸੀਂ ਖਪਤਕਾਰ ਜਾਂ ਕਹਿ ਲਓ ਕੰਜ਼ਿਊਮਰ। ਸੋ ਇਹਨਾਂ ਦੀ ਆਪਾਂ ਗੱਲ ਬਾਅਦ ਦੇ ਵਿੱਚ ਕਰਦੇ ਹਾਂ। ਸੋ ਪਹਿਲਾਂ ਆਪਾਂ ਡੀਕੰਪੋਜ਼ਰ ਨੂੰ ਬਾਅਦ ਦੇ ਵਿੱਚ ਦੇਖਦੇ ਹਾਂ, ਪਹਿਲਾਂ ਆਪਾਂ ਕੰਜ਼ਿਊਮਰ ਹੀ ਦੇਖ ਲੈਂਦੇ ਹਾਂ। ਦੇਖੋ ਸਭ ਤੋਂ ਪਹਿਲਾਂ ਪਲਾਂਟ ਆ ਗਿਆ ਜੀ, ਠੀਕ ਹੈ, ਪੌਦਾ ਆ ਗਿਆ। ਉਸ ਪੌਦੇ ਨੂੰ ਦੇਖੋ ਇਸ ਕੀਟ ਨੇ ਖਾਧਾ, ਆਹ ਵਾਲੀ ਕੀਟ ਦੀ ਫੋਟੋ ਹੈ, ਧਿਆਨ ਨਾਲ ਦੇਖੋ, ਇਹ ਵਾਲੀ ਕੀਟ ਦੀ ਫੋਟੋ ਹੈ, ਇਹਨੇ ਖਾਧਾ, ਤਾਂ ਕਰਕੇ ਇਹ ਕੀ ਹੋ ਗਿਆ, ਕੰਜ਼ਿਊਮਰ। ਕਿਉਂਕਿ ਇਹਨੇ ਸਭ ਤੋਂ ਪਹਿਲਾਂ ਖਾਧਾ, ਤਾਂ ਕਰਕੇ ਕਿਹੜਾ ਕੰਜ਼ਿਊਮਰ ਹੋ ਗਿਆ, ਪ੍ਰਾਇਮਰੀ ਕੰਜ਼ਿਊਮਰ। ਸੋ ਮੈਂ ਤੁਹਾਨੂੰ ਭੋਜਨ ਲੜੀ ਵੀ ਸਿਖਾਊਂਗਾ, ਠੀਕ ਹੈ, ਭੋਜਨ ਲੜੀ ਵੀ ਪੜ੍ਹਾ ਰਿਹਾਗਾ। ਨਾਲ ਦੀ ਨਾਲ ਕਿਰਪਾ ਕਰਕੇ ਨੋਟ ਕਰੋ ਕਿ ਮੈਂ ਤੁਹਾਨੂੰ ਪ੍ਰੋਡਿਊਸਰ, ਕੰਜ਼ਿਊਮਰ, ਡੀਕੰਪੋਜ਼ਰ ਇਹਨਾਂ ਬਾਰੇ ਵੀ ਪੜ੍ਹਾ ਰਿਹਾ। ਸੋ ਹਜੇ ਮੈਂ ਭੋਜਨ ਲੜੀ ਤੇ ਆਇਆ ਨਹੀਂ, ਹਜੇ ਮੈਂ ਤੁਹਾਨੂੰ ਜਨਰਲ ਗੱਲਾਂ ਹੀ ਦੱਸ ਰਿਹਾਗਾ, ਜੋ ਕਿ ਬੜੀਆਂ ਇੰਪੋਰਟੈਂਟ ਨੇ ਪੇਪਰਾਂ ਦੇ ਪੁਆਇੰਟ ਆਫ ਵਿਊ ਨਾਲ, ਤੇ ਪੁਰਾਣੇ ਸਾਲਾਂ ਦੇ ਵਿੱਚ ਇੱਥੋਂ ਕੁਐਸਚਨ ਬਣੇ ਹੋਏ ਨੇ। ਸੋ ਸਭ ਤੋਂ ਪਹਿਲਾਂ ਇਸ ਕੀਟ ਨੇ ਇਸ ਪੌਦੇ ਨੂੰ ਖਾਧਾ, ਤਾਂ ਇਹ ਆਪਣਾ ਹੋ ਗਿਆ ਜੀ ਪ੍ਰਾਇਮਰੀ ਕੰਜ਼ਿਊਮਰ ਜਾਂ ਕਹਿ ਲਓ ਪਹਿਲੇ ਦਰਜੇ ਦੇ ਖਪਤਕਾਰ। ਉਸ ਤੋਂ ਬਾਅਦ ਇਸ ਰੈਟ ਨੇ ਕੀਟ ਨੂੰ ਖਾਧਾ, ਤਾਂ ਇਹ ਵੀ ਤਾਂ ਕੰਜ਼ਿਊਮਰ ਹੋ ਗਿਆ, ਕਿਉਂਕਿ ਇਹਨੇ ਖਾਧਾ, ਤਾਂ ਕਰਕੇ ਇਹ ਕੀ ਹੋ ਗਿਆ ਫਿਰ, ਦੂਜੇ ਦਰਜੇ ਦਾ ਖਪਤਕਾਰ। ਦੂਜੇ ਦਰਜੇ ਵਾਲੇ ਨੂੰ ਅਸੀਂ ਬੋਲਦੇ ਹਾਂ ਜੀ, ਇੱਥੇ ਮੈਂ ਇਕੱਲਾ ਸੈਕੰਡਰੀ ਲਿਖ ਦਿੰਦਾ, ਕੰਜ਼ਿਊਮਰ ਤੁਸੀਂ ਆਪਣੇ ਆਪ ਲਿਖ ਲਿਓ। ਦੂਜੇ ਦਰਜੇ ਵਾਲੇ ਨੂੰ ਅਸੀਂ ਬੋਲਦੇ ਹਾਂ ਸੈਕੰਡਰੀ, ਜੋ ਵੀ ਇੰਗਲਿਸ਼ ਵਾਲੇ ਬੱਚੇ ਨੇ, ਦੂਜੇ ਦਰਜੇ ਦੇ ਖਪਤਕਾਰ। ਉਸ ਤੋਂ ਬਾਅਦ ਇਹ ਸਨੇਕ ਹੈ, ਦੇਖੋ ਸੱਪ ਹੈ, ਸੱਪ ਨੇ ਇਸ ਰੈਟ ਨੂੰ ਖਾਧਾ, ਤਾਂ ਇਹ ਵੀ ਖਪਤਕਾਰ ਹੋ ਗਿਆ, ਤੀਜੇ ਦਰਜੇ ਦਾ ਹੋ ਗਿਆ। ਇਹਨੂੰ ਕੀ ਬੋਲਾਂਗੇ ਅਸੀਂ, ਟਰਸ਼ਰੀ। ਇਹਨੂੰ ਅਸੀਂ ਬੋਲਾਂਗੇ ਟਰਸ਼ਰੀ ਕੰਜ਼ਿਊਮਰ ਜਾਂ ਤੀਜੇ ਦਰਜੇ ਦਾ ਖਪਤਕਾਰ। ਉਸ ਤੋਂ ਬਾਅਦ ਦੇਖੋ ਇਹ ਬਾਜ ਹੈ, ਬਾਜ ਨੇ ਸਨੇਕ ਨੂੰ ਖਾਧਾ, ਇਹ ਵੀ ਖਪਤਕਾਰ ਹੋ ਗਿਆ, ਚੌਥੇ ਦਰਜੇ ਦਾ ਹੋ ਗਿਆ। ਚੌਥੇ ਵਾਲੇ ਨੂੰ ਅਸੀਂ ਬੋਲਦੇ ਹੁੰਦੇ ਹਾਂ ਜੀ ਕੁਆਟਨਰੀ, ਠੀਕ ਹੈ, ਕੁਆਟਨਰੀ। ਇਸ ਤਰੀਕੇ ਨਾਲ ਚੱਲਦਾ ਜਾਊਗਾ, ਚੌਥੇ ਦਰਜੇ ਤੱਕ ਸਫੀਸ਼ੀਐਂਟ ਹੈ। ਸੋ ਹੋਪਫੁਲੀ ਕਿ ਤੁਹਾਨੂੰ ਖਪਤਕਾਰ ਸਮਝ ਆ ਗਏ ਹੋਣਗੇ ਕਿ ਪ੍ਰੋਡਿਊਸਰ ਤਾਂ ਇੱਕ ਹੈ, ਬਟ ਖਪਤਕਾਰ ਕੰਜ਼ਿਊਮਰਸ ਕਈ ਹੋ ਸਕਦੇ ਆ। ਜਿਹੜਾ ਪਹਿਲਾ ਹੋਊਗਾ ਉਹਨੂੰ ਪ੍ਰਾਇਮਰੀ, ਦੂਜਾ ਸੈਕੰਡਰੀ, ਤੀਸਰਾ ਟਰਸ਼ਰੀ, ਚੌਥਾ ਕੁਆਟਨਰੀ। ਸੋ ਇਸ ਤੋਂ ਬਾਅਦ ਦੇਖੋ ਕੀ ਗੱਲ ਹੋਊਗੀ, ਇੱਥੇ ਆਪਣੀ ਭੋਜਨ ਲੜੀ ਤਿਆਰ ਹੋ ਗਈ। ਪਹਿਲੀ ਗੱਲ ਤਾਂ ਆਪਣੀ ਭੋਜਨ ਲੜੀ ਇੱਥੇ ਤਿਆਰ ਹੋ ਗਈ, ਦੇਖੋ, ਕਿਉਂਕਿ ਦੇਖੋ ਭੋਜਨ ਲੜੀ ਹੁੰਦੀ ਕੀ ਹੈ, ਭੋਜਨ ਲੜੀ ਇਹ ਦੱਸਦੀ ਹੈ ਕਿ ਇੱਕ ਜੀਵ ਨੂੰ ਫਰਦਰ ਮਤਲਬ ਕਿਹਨੇ ਖਾਧਾ, ਫਿਰ ਅਗਲੇ ਨੂੰ ਕਿਸਨੇ ਮਤਲਬ ਖਾਧਾ, ਇਸ ਤਰੀਕੇ ਨਾਲ ਜੋ ਸੀਕੁਐਂਸ ਚੱਲਦੀ ਹੈ ਉਸੇ ਨੂੰ ਅਸੀਂ ਭੋਜਨ ਲੜੀ ਬੋਲਦੇ ਹਾਂ। ਸੋ ਦੇਖੋ ਪਹਿਲਾ ਉਤਪਾਦਕ ਪੌਦੇ ਸੀਗੇ, ਪੌਦੇ ਨੂੰ ਕੀਟ ਨੇ ਖਾਧਾ, ਕੀਟ ਨੂੰ ਰੈਟ ਨੇ ਖਾਧਾ, ਰੈਟ ਨੂੰ ਸਨੇਕ ਨੇ ਖਾਧਾ, ਸਨੇਕ ਨੂੰ ਜਿਹੜਾ ਹੈਗਾ ਬਾਜ ਨੇ ਖਾਧਾ। ਤਾਂ ਮਤਲਬ ਭੋਜਨ ਲੜੀ ਹੈ ਇਹ ਪ੍ਰੋਪਰ, ਇੱਕ ਸੀਕੁਐਂਸ ਚੱਲ ਪਈ ਨਾ, ਤਾਂ ਇੱਕ ਭੋਜਨ ਲੜੀ ਹੋ ਗਈ ਜੀ ਪ੍ਰੋਪਰ। ਇਹਨੂੰ ਅਸੀਂ ਬੋਲਾਂਗੇ ਫੂਡ ਚੇਨ। ਦੇਖੋ ਇੱਕ ਚੇਨ ਬਣ ਗਈ ਖਾਣ ਦੀ ਇਸ ਤਰੀਕੇ ਨਾਲ। ਸੋ ਜੋ ਮੈਂ ਨੀਚੇ ਲਿਖਿਆ ਹੋਇਆ ਦੇਖੋ, ਸ਼ਾਕਾਹਾਰੀ, ਸਰਬਹਾਰੀ, ਮਾਸਾਹਾਰੀ, ਉਹਤੇ ਤੁਸੀਂ ਜ਼ਿਆਦਾ ਧਿਆਨ ਨਹੀਂ ਦੇਣਾ, ਕਿਉਂਕਿ ਜਦੋਂ ਮੈਂ ਤੁਹਾਨੂੰ ਫੂਡ ਵਾਲਾ ਚੈਪਟਰ ਕਰਵਾਇਆ ਸੀਗਾ ਤਾਂ ਉਹਦੇ ਵਿੱਚ ਹਾਲਾਂਕਿ ਆਪਾਂ ਫੂਡ ਚੇਨ ਨਹੀਂ ਕੀਤਾ ਸੀ, ਫੂਡ ਚੇਨ ਮੈਂ ਇੱਥੇ ਲਈ ਰੱਖਿਆ ਸੀ, ਲੇਕਿਨ ਉਹਦੇ ਵਿੱਚ ਮੈਂ ਤੁਹਾਨੂੰ ਸ਼ਾਕਾਹਾਰੀ, ਸਰਬਹਾਰੀ, ਮਾਸਾਹਾਰੀ ਬਾਰੇ ਦੱਸਿਆ ਸੀ ਕਿ ਕੀ ਹੁੰਦੇ ਨੇ, ਠੀਕ ਹੈ। ਸੋ ਉਹਦੇ ਨਾਲ ਮੇਨਲੀ ਰਿਲੇਟਡ ਇਹ ਇੱਥੇ ਨਾਰਮਲੀ ਇਹ ਕਹਿਣਾ ਚਾਹੁੰਦੇ ਨੇ ਕਿ ਜੋ ਪਹਿਲੇ ਦਰਜੇ ਦੇ ਖਪਤਕਾਰ ਹੁੰਦੇ ਨੇ ਨਾਰਮਲੀ ਸ਼ਾਕਾਹਾਰੀ ਹੁੰਦੇ ਨੇ, ਮਤਲਬ ਪੌਦੇ ਵਗੈਰਾ ਹੀ ਖਾਂਦੇ ਨੇ। ਜਿਹੜੇ ਦੂਜੇ ਦਰਜੇ ਦੇ ਹੁੰਦੇ ਨੇ ਕਹਿੰਦੇ ਨਾਰਮਲੀ ਉਹ ਸਰਬਹਾਰੀ ਹੋ ਜਾਂਦੇ ਨੇ, ਮਤਲਬ ਦੋਨੋਂ ਚੀਜ਼ਾਂ ਖਾ ਲੈਂਦੇ ਨੇ, ਪੌਦੇ ਵੀ ਜੰਤੂ ਵੀ। ਪਰ ਉਸ ਤੋਂ ਬਾਅਦ ਤੀਜਾ, ਚੌਥਾ ਜਾਂ ਅਗਲੇ ਦਰਜੇ ਦੇ ਜਿੰਨੇ ਵੀ ਆਉਣਗੇ ਉਹ ਨਾਰਮਲੀ ਕੀ ਹੋਣਗੇ ਜੀ, ਮਾਸਾਹਾਰੀ, ਉਹ ਮਾਸ ਹੀ ਖਾਣਗੇ ਇਕੱਲਾ, ਠੀਕ ਹੈ। ਇੱਥੇ ਇਹਨਾਂ ਨੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਦੇਖੋ ਇਹ ਤਾਂ ਫੂਡ ਚੇਨ ਤੁਹਾਨੂੰ ਸਮਝ ਆ ਗਈ ਹੋਊਗੀ। ਸੋ ਇੱਥੋਂ ਤੱਕ ਮੇ ਬੀ ਅਗਰ ਕਿਸੇ ਨੂੰ ਡਾਊਟ ਹੁੰਦਾ ਵੀ ਹੈ ਕੋਈ, ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਹੁਣ ਆਪਾਂ ਇਹਨੂੰ ਥੋੜਾ ਜਿਹਾ ਰੇਜ਼ ਕਰ ਲੈਂਦੇ ਹਾਂ, ਜਿੰਨੀ ਕੁ ਆਪਾਂ ਨੂੰ ਨੈਸੈਸਰੀ ਹੈ, ਤਾਂ ਕਿ ਆਪਾਂ
ਕੋਈ ਜਿਹੜੀ ਹੋਰ ਫੂਡ ਚੇਨ ਹੈ, ਠੀਕ ਹੈ, ਕੋਈ ਹੋਰ ਭੋਜਨ ਲੜੀ ਹੈ, ਆਪਾਂ ਉਹਨੂੰ ਲਿਖ ਕੇ ਦੇਖ ਲਈਏ। ਮੈਨੂੰ ਪੂਰੀ ਉਮੀਦ ਹੈ ਕਿ ਜਿੰਨਾ ਕੁ ਮੈਂ ਤੁਹਾਨੂੰ ਹੁਣ ਤੱਕ ਸਮਝਾਇਆ ਤੁਹਾਨੂੰ ਸਮਝ ਆ ਗਿਆ ਹੋਊਗਾ। ਸੋ ਚਲੋ ਹੁਣ ਆਪਾਂ ਇੱਕ ਕੰਮ ਕਰਦੇ ਹਾਂ ਜੀ, ਆਪਾਂ ਕੋਈ ਹੋਰ ਜਿਹੜੀ ਹੈਗੀ ਹੈ ਭੋਜਨ ਲੜੀ ਉਹ ਲਿਖ ਕੇ ਦੇਖਦੇ ਹਾਂ। ਜਿਵੇਂ ਦੇਖੋ ਪਹਿਲਾਂ ਆ ਗਏ ਪੌਦੇ, ਹਨਾ, ਜਾਂ ਘਾਹ ਆ ਗਿਆ, ਮੰਨ ਲਓ ਕੁਝ ਵੀ ਲਿਖ ਲਓ। ਗਰਾਸ ਆ ਗਿਆ ਜੀ, ਘਾਹ ਆ ਗਿਆ, ਠੀਕ ਹੈ, ਘਾਹ ਆ ਗਿਆ। ਘਾਹ ਨੂੰ ਮੰਨ ਲਓ ਹਿਰਨ ਨੇ ਖਾਧਾ, ਘਾਹ ਨੂੰ ਹਿਰਨ ਨੇ ਖਾਧਾ, ਹਿਰਨ ਨੂੰ ਫਰਦਰ ਕਿਹਨੇ ਖਾਧਾ, ਲਾਇਨ ਨੇ, ਜਾਂ ਕਹ ਲਓ ਸ਼ੇਰ ਨੇ ਖਾਧਾ। ਸੋ ਇਹ ਵੀ ਤਾਂ ਇੱਕ ਮੇਰੀ ਭੋਜਨ ਲੜੀ ਹੋ ਗਈ, ਇਹ ਵੀ ਤਾਂ ਇੱਕ ਮੇਰੀ ਫੂਡ ਚੇਨ ਹੋ ਗਈ। ਬਟ ਇਹਦੇ ਵਿੱਚ 3 ਮੈਂਬਰ ਨੇ ਫੂਡ ਚੇਨ ਦੇ ਵਿੱਚ। ਜਿਹੜੀ ਮੈਂ ਤੁਹਾਨੂੰ ਇੱਥੇ ਫੂਡ ਚੇਨ ਸ਼ੋ ਕੀਤੀ ਹੈ, ਇਹਦੇ ਵਿੱਚ ਕਿੰਨੇ ਮੈਂਬਰ ਨੇ, 5 ਮੈਂਬਰ ਹੋ ਗਏ। ਸੋ ਫੂਡ ਚੇਨ 3 ਨਾਲ ਵੀ ਬਣਾ ਸਕਦੇ ਹੋ, ਫੂਡ ਚੇਨ 4 ਨਾਲ ਵੀ ਬਣਾ ਸਕਦੇ ਹੋ, 5 ਨਾਲ ਵੀ ਬਣਾ ਸਕਦੇ ਹੋ, 6 ਨਾਲ ਵੀ ਬਣਾ ਸਕਦੇ ਹੋ, ਐਂਡ ਸੋ ਔਨ। ਸੋ ਹੋਪਫੁਲੀ ਇਸ ਫੂਡ ਚੇਨ ਦੇ ਨਾਲ ਤੁਹਾਨੂੰ ਸਮਝ ਆ ਗਿਆ ਹੋਊਗਾ। ਸੋ ਇੱਥੇ ਵੀ ਜੋ ਘਾਹ ਗਾ ਜੀ ਆਪਣਾ, ਉਹ ਤਾਂ ਆਪਣਾ ਉਤਪਾਦਕ ਹੈ, ਠੀਕ ਹੈ। ਹਿਰਨ ਕੀ ਹੈ, ਆਪਣਾ ਕੰਜ਼ਿਊਮਰ ਹੈ, ਖਪਤਕਾਰ ਹੈ ਪਹਿਲੇ ਦਰਜੇ ਦਾ। ਸ਼ੇਰ ਕੀ ਹੋ ਗਿਆ, ਸ਼ੇਰ ਇੱਥੇ ਆਪਣਾ ਦੂਜੇ ਦਰਜੇ ਦਾ ਖਪਤਕਾਰ ਹੋ ਗਿਆ, ਜਿਸਨੂੰ ਅਸੀਂ ਸੈਕੰਡਰੀ ਕੰਜ਼ਿਊਮਰ ਕਹਾਂਗੇ। ਸੋ ਹੋਪਫੁਲੀ ਤੁਹਾਨੂੰ ਪ੍ਰੋਡਿਊਸਰ ਅਤੇ ਕੰਜ਼ਿਊਮਰ ਬਾਰੇ ਤੇ ਫੂਡ ਚੇਨ ਬਾਰੇ ਪਤਾ ਲੱਗ ਗਿਆ ਹੋਣਾ। ਹੁਣ ਆਪਾਂ ਗੱਲ ਕਰਦੇ ਹਾਂ ਡੀਕੰਪੋਜ਼ਰ ਦੀ। ਦੇਖੋ ਇੱਕ ਲਾਈਨ ਤੇ ਮੈਨੂੰ ਕਾਫੀ ਮਤਲਬ ਵਧੀਆ ਲੱਗਦੀ ਹੈ, ਇੱਕ ਲਾਈਨ ਮੇਰੀ, ਕਿ ਜੋ ਬਨਸਪਤੀ ਹੈ, ਇੱਕ ਮੈਂ ਕਿਤੇ ਪੜ੍ਹਿਆ ਸੀ, ਲਿਖਿਆ, ਮੈਨੂੰ ਬਹੁਤ ਮਤਲਬ ਜਚਿਆ ਉਸ ਦਿਨ ਤੋਂ ਬਾਅਦ, ਕਿ ਜੋ ਬਨਸਪਤੀ ਹੈ ਜੀ, ਬਨਸਪਤੀ ਦਾ ਮਤਲਬ, ਹਾਲਾਂਕਿ ਬਹੁਤ ਟਾਈਮ ਹੋ ਗਿਆ ਮੈਨੂੰ, ਉਸ ਤੋਂ ਬਾਅਦ ਮੈਨੂੰ ਫੋਲੋ ਵੀ ਕਰ ਰਹੇ ਹਾਂ ਕਾਫੀ ਹੱਦ ਤੱਕ। ਬਨਸਪਤੀ ਦਾ ਮਤਲਬ ਪੌਦੇ ਹੋ ਗਏ, ਠੀਕ ਹੈ, ਬਨਸਪਤੀ ਪੌਦਿਆਂ ਨੂੰ ਕਿਹਾ ਜਾਂਦਾ ਹੈਗਾ। ਬਨਸਪਤੀ ਕਹਿੰਦੇ ਜੀਵਾਂ ਨੂੰ ਪਾਲਦੀ ਹੈ, ਬਨਸਪਤੀ ਜੀਵਾਂ ਨੂੰ ਪਾਲਦੀ ਹੈ, ਜੀਵਾਂ ਦਾ ਮਤਲਬ ਐਨੀਮਲਸ ਵਗੈਰਾ ਹੋ ਗਏ, ਅਤੇ ਜੋ ਜੀਵ ਨੇ ਉਹ ਬਨਸਪਤੀ ਨੂੰ ਪਾਲਦੇ ਨੇ, ਹਨਾ। ਤਾਂ ਕਰਕੇ ਇੱਕ ਸਿਸਟਮ ਬਣਿਆ ਹੋਇਆ, ਇੱਕ ਇਕੋ ਸਿਸਟਮ ਦੇ ਵਿੱਚ ਆਪਣਾ ਇੱਕ ਸੰਤੁਲਨ ਬਣਿਆ ਹੋਇਆ, ਲਾਈਫ ਦਾ, ਲਾਈਫ ਚੱਲੀ ਜਾ ਰਹੀ ਹੈ। ਸੋ ਬਨਸਪਤੀ ਜੀਵਾਂ ਨੂੰ ਪਾਲਦੀ ਹੈ, ਜੀਵ ਜਿਹੜੇ ਹੈਗੇ ਨੇ ਉਹ ਬਨਸਪਤੀ ਨੂੰ ਪਾਲਦੇ ਨੇ। ਸੋ ਇੱਕ ਤੁਸੀਂ ਆਮ ਐਗਜ਼ਾਮਪਲ ਲੈ ਲਓ ਘਰਾਂ ਦੇ ਵਿੱਚ, ਕਿਉਂਕਿ ਤੁਹਾਡੇ ਵਿੱਚੋਂ ਹੋ ਸਕਦੇ ਬਹੁਤੇ ਮਤਲਬ ਪਿੰਡਾਂ ਦੇ ਨਾਲ ਰਿਲੇਟਡ ਹੋ ਸਕਦੇ ਨੇ, ਜਾਂ ਮਤਲਬ ਸਭ ਨੇ ਦੇਖਿਆ ਹੋਣਾ ਕੁਛ ਨਾ ਕੁਛ। ਤਾਂ ਇਹਦੇ ਵਿੱਚ ਜਿਸ ਤਰੀਕੇ ਨਾਲ ਆਪਾਂ ਖੇਤ ਦੇ ਵਿੱਚ ਪਸ਼ੂਆਂ ਦੇ ਲਈ ਕੋਈ ਚਾਰਾ ਵਗੈਰਾ ਉਗਾਉਣੇ ਆ, ਤਾਂ ਉਹ ਚਾਰਾ ਆਪਾਂ ਦੇਖੋ ਉਸ ਤੋਂ ਬਾਅਦ ਪਸ਼ੂਆਂ ਨੂੰ ਪਾ ਦਿੰਦੇ ਹਾਂ। ਉਸ ਤੋਂ ਬਾਅਦ ਜੋ ਪਸ਼ੂਆਂ ਦਾ ਗੋਬਰ ਵਗੈਰਾ ਹੁੰਦਾ ਜੀ, ਠੀਕ ਹੈ, ਉਹ ਰੇਹ ਬਣ ਕੇ ਦੁਬਾਰਾ ਆਪਾਂ ਖੇਤਾਂ ਦੇ ਵਿੱਚ ਪਾਉਣੇ ਆ, ਤੇ ਫਿਰ ਦੁਬਾਰਾ ਤੋਂ ਮਤਲਬ ਉੱਥੇ ਚਾਰਾ ਉੱਗ ਜਾਂਦਾ ਗਾ। ਸੋ ਇੱਕ ਸਾਈਕਲ ਜਿਹੜਾ ਹੈਗਾ ਉਹ ਚੱਲਦਾ ਰਹਿੰਦਾ ਗਾ। ਸੋ ਇਸ ਤੋਂ ਬਾਅਦ ਦੇਖੋ ਗੱਲ ਕਰਦੇ ਹਾਂ ਆਪਾਂ ਲਾਸਟ ਤੇ ਨਖੇੜਕ ਦੀ, ਡੀਕੰਪੋਜ਼ਰ ਦੀ। ਹੁਣ ਕੀ ਹੋ ਗਿਆ, ਦੇਖੋ ਮੰਨ ਲਓ ਆ ਲਾਸਟ ਵਾਲਾ ਬਾਜ ਸੀਗਾ, ਠੀਕ ਹੈ ਜੀ, ਲਾਸਟ ਵਾਲਾ ਬਾਜ ਹੋ ਗਿਆ, ਜਿਹੜਾ ਜਿਹੜਾ ਚੌਥੇ ਦਰਜੇ ਦਾ ਖਪਤਕਾਰ ਆਪਾਂ ਲਿਆ ਸੀਗਾ। ਹੁਣ ਦੇਖੋ ਇਹਦੀ ਵੀ ਮੌਤ ਤਾਂ ਹੋਊਗੀ, ਇਹਦੀ ਡੈਥ ਤਾਂ ਹੋਊਗੀ। ਤੇ ਜਦੋਂ ਕਿਸੇ ਵੀ ਜੀਵ ਦੀ ਡੈਥ ਹੁੰਦੀ ਹੈ, ਤਾਂ ਉਸ ਤੋਂ ਬਾਅਦ ਕੀ ਹੁੰਦਾ ਜੀ, ਕਿ ਉਹਨੂੰ ਮਤਲਬ ਕੁਝ ਦੂਸਰੇ ਐਨੀਮਲ ਖਾ ਲੈਂਦੇ ਨੇ, ਜਾਂ ਉਸ ਤੋਂ ਬਾਅਦ ਜੋ ਨਖੇੜਕ ਹੁੰਦੇ ਨੇ, ਡੀਕੰਪੋਜ਼ਰ ਹੁੰਦੇ ਨੇ। ਇਹ ਡੀਕੰਪੋਜ਼ਰ ਕੋਈ ਵੀ ਬੈਕਟੀਰੀਆ ਹੋ ਸਕਦਾ ਹੈ ਜੀ, ਠੀਕ ਹੈ, ਡੀਕੰਪੋਜ਼ਰ ਕਈ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਨੇ। ਡੀਕੰਪੋਜ਼ਰ ਕੋਈ ਵੀ ਬੈਕਟੀਰੀਆ ਹੋ ਸਕਦਾ ਹੈ, ਜਾਂ ਬੈਕਟੀਰੀਆ ਨੂੰ ਅਸੀਂ ਬੋਲਿਆ ਸੀ ਜੀਵਾਣੂ, ਹਾਲਾਂਕਿ ਇਹਨਾਂ ਬਾਰੇ ਵੀ ਆਪਾਂ ਸਾਰਾ ਕੁਝ ਕਵਰ ਕਰ ਚੁੱਕੇ ਹਾਂ ਮਾਈਕਰੋ ਆਰਗੇਨਿਜ਼ਮ, ਸੂਖਮ ਜੀਵ ਵਾਲੇ ਚੈਪਟਰ ਦੇ ਵਿੱਚ ਜੋ ਆਪਾਂ ਕੀਤਾ ਹੋਇਆ ਹੈਗਾ। ਸੋ ਕੋਈ ਵੀ ਨਖੇੜਕ ਹੋ ਸਕਦਾ ਹੈ, ਜੋ ਕਿ ਇਹਨਾਂ ਨੂੰ ਮਤਲਬ ਬਿਲਕੁਲ ਬਰੀਕ ਕਰਕੇ, ਹਨਾ, ਮਿੱਟੀ ਦੇ ਵਿੱਚ ਹੀ ਰਲਾ ਦੂਗਾ, ਇਦਾਂ ਸਮਝੋ ਆਮ ਲੈਂਗੁਏਜ ਦੇ ਵਿੱਚ। ਤੇ ਜਦੋਂ ਮਿੱਟੀ ਦੇ ਵਿੱਚ ਰਲ ਗਏ ਇੱਕ ਤਰੀਕੇ ਨਾਲ, ਤਾਂ ਉਸ ਤੋਂ ਬਾਅਦ ਉਹਨਾਂ ਦੀ ਖਾਦ ਵਗੈਰਾ ਬਣ ਜਾਣੀ ਹੈ ਬਾਅਦ ਦੇ ਵਿੱਚ। ਤੇ ਉਸ ਖਾਦ ਨੂੰ ਦੁਬਾਰਾ ਕੌਣ ਲੈਣਗੇ, ਪੌਦੇ ਲੈਣਗੇ, ਤੇ ਫਿਰ ਪੌਦੇ ਵੱਡੇ ਹੋਣਗੇ, ਠੀਕ ਹੈ, ਫਿਰ ਉਹਨੂੰ ਕੋਈ ਪਹਿਲੇ ਦਰਜੇ ਦਾ ਖਪਤਕਾਰ ਖਾਊਗਾ। ਸੋ ਦੇਖੋ ਇੱਥੇ ਵੀ ਇੱਕ ਸਾਈਕਲ ਚੱਲ ਪਿਆ, ਅਗਰ ਤੁਸੀਂ ਧਿਆਨ ਨਾਲ ਨੋਟ ਕਰੋ ਕਿ ਇਦਾਂ ਚਲਾ ਕੇ, ਠੀਕ ਹੈ, ਫਿਰ ਡੀਕੰਪੋਜ਼ਰ ਨੇ ਵੀ ਇੱਕ ਸਾਈਕਲ ਚਲਾਤਾ। ਸੋ ਡੀਕੰਪੋਜ਼ਰ ਉਹ ਚੀਜ਼ਾਂ ਹੁੰਦੀਆਂ ਨੇ, ਜਿਵੇਂ ਬਹੁਤ ਛੋਟੇ ਜੀਵ ਹੁੰਦੇ ਨੇ ਇਹ, ਜਿਸ ਤਰੀਕੇ ਨਾਲ ਜੀਵਾਣੂ ਹੋ ਗਏ, ਜੋ ਕਿ ਮਤਲਬ ਜਦੋਂ ਕਿਸੇ ਕੋਈ ਐਨੀਮਲ ਜਾਂ ਜੀਵ ਦੀ ਡੈਥ ਹੋ ਜਾਂਦੀ ਹੈ, ਉਹ ਉਹਨੂੰ ਬਿਲਕੁਲ ਡੀਕੰਪੋਜ਼ ਕਰ ਦਿੰਦੇ ਨੇ, ਨਖੇੜ ਦਿੰਦੇ ਨੇ, ਹਨਾ, ਮਿੱਟੀ ਦੇ ਵਿੱਚ ਰਲਾ ਦਿੰਦੇ ਨੇ ਕਹਿ ਲਓ। ਤੇ ਉਹਨਾਂ ਤੋਂ ਬਣੀ ਜੋ ਵੀ ਖਾਦ ਵਗੈਰਾ, ਉਸਨੂੰ ਫਿਰ ਦੁਬਾਰਾ ਪੌਦੇ ਕੰਜ਼ਿਊਮ ਕਰਦੇ ਨੇ, ਉਹ ਵੱਡੇ ਹੁੰਦੇ ਨੇ, ਫਿਰ ਇੱਕ ਇਹ ਸਾਈਕਲ ਚੱਲਦਾ ਰਹਿੰਦਾ। ਸੋ ਉਹੀ ਗੱਲ ਹੋ ਗਈ ਜੋ ਮੈਂ ਤੁਹਾਨੂੰ ਉੱਪਰ ਕਹੀ ਹੈ, ਕਿ ਬਨਸਪਤੀ ਜੀਵਾਂ ਨੂੰ ਪਾਲਦੀ ਹੈ ਤੇ ਜੀਵ ਬਨਸਪਤੀ ਨੂੰ ਪਾਲਦੇ ਆ। ਸੋ ਇੱਥੋਂ ਤੱਕ ਮੇ ਬੀ ਤੁਹਾਨੂੰ ਬਿਲਕੁਲ ਕਲੀਅਰ ਹੋ ਗਿਆ ਹੋਊਗਾ ਹੁਣ ਡੀਕੰਪੋਜ਼ਰ ਦੇ ਬਾਰੇ ਵੀ। ਸੋ ਕਾਫੀ ਕੁਝ ਆਪਾਂ ਇਸ ਸਲਾਈਡ ਦੇ ਵਿੱਚ ਕਵਰ ਕਰ ਲਿਆ। ਸੋ ਪਹਿਲਾਂ ਤਾਂ ਅਸੀਂ ਕਵਰ ਕੀਤਾ ਜੀ ਕਿ ਉਤਪਾਦਕ ਕੀ ਨੇ, ਫਿਰ ਕਵਰ ਕੀਤਾ ਕਿ ਖਪਤਕਾਰ ਕੀ ਨੇ, ਫਿਰ ਖਪਤਕਾਰ 3-4 ਤਰ੍ਹਾਂ ਦੇ ਆਪਾਂ ਪੜ੍ਹੇ ਨੇ, ਪਹਿਲੇ ਦੇ, ਦੂਜੇ ਦਰਜੇ ਦੇ, ਤੀਜੇ ਦੇ, ਚੌਥੇ ਦੇ, ਇਸ ਤਰੀਕੇ ਨਾਲ। ਸੋ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਫੂਡ ਚੇਨ, ਤੁਹਾਨੂੰ ਮੈਂ ਸਮਝਾਈ, ਤੁਹਾਨੂੰ ਸਮਝ ਆ ਗਈ ਹੋਊਗੀ ਕਿ ਇੱਕ ਤੋਂ ਬਾਅਦ ਇੱਕ ਕਿਹੜਾ ਜੀਵ ਕਿਹਨੂੰ ਖਾਊਗਾ, ਉਸ ਤਰੀਕੇ ਨਾਲ। ਤੇ ਉਸ ਤੋਂ ਬਾਅਦ ਲਾਸਟ 'ਚ ਮੈਂ ਗੱਲ ਕੀਤੀ ਹੈ ਤੁਹਾਡੇ ਨਾਲ ਹੁਣ ਨਖੇੜਕ ਦੀ, ਡੀਕੰਪੋਜ਼ਰ ਦੀ। ਇੱਕ ਹੋਰ ਚੀਜ਼ ਹੁੰਦੀ ਹੈ ਜੀ, ਇੱਕ ਲਾਸਟ ਹੈਗੀ ਬਸ, ਜਿਸਨੂੰ ਅਸੀਂ ਬੋਲਦੇ ਹਾਂ ਫੂਡ ਵੈਬ। ਇੱਥੇ ਮੈਂ ਲਿਖ ਦੇਣਾ ਫੂਡ ਵੈਬ, ਜਿਵੇਂ ਫੂਡ ਚੇਨ ਆ ਨਾ, ਉਸ ਤਰੀਕੇ ਨਾਲ ਫੂਡ ਵੈਬ ਹੁੰਦੀ ਹੈ। ਫੂਡ ਦਾ ਮਤਲਬ ਉਹੀ ਹੋ ਗਿਆ ਭੋਜਨ, ਵੈਬ ਨੂੰ ਜਾਲ ਕਹਿ ਸਕਦੇ ਹਾਂ, ਭੋਜਨ ਜਾਲ, ਇਦਾਂ ਇਹਨੂੰ ਲਿਖ ਸਕਦੇ ਹੋ ਪੰਜਾਬੀ ਦੇ ਵਿੱਚ। ਸੋ ਇਹ ਕੀ ਹੁੰਦਾ ਦੇਖੋ,
ਮਤਲਬ ਜਦੋਂ ਇੱਕ ਤੋਂ ਵੱਧ ਜਿਹੜੀਆਂ ਫੂਡ ਚੇਨ ਨੇ, ਭੋਜਨ ਲੜੀਆਂ ਨੇ, ਉਹ ਲਿੰਕ ਹੋ ਜਾਂਦੀਆਂ ਨੇ, ਉਹ ਤਾਂ ਫੂਡ ਵੈਬ ਬਣ ਜਾਂਦੀ ਹੈ। ਜਿਸ ਤਰੀਕੇ ਨਾਲ ਦੇਖੋ, ਮੈਂ ਇੱਕ ਮੰਨ ਲਓ ਭੋਜਨ ਲੜੀ ਬਣਾ ਰਿਹਾ ਤੁਹਾਡੇ ਲਈ। ਮੰਨ ਲਓ ਇੱਥੇ ਕੋਈ ਉਤਪਾਦਕ ਹੈ ਜੀ ਇੱਕ ਨੰਬਰ ਤੇ, ਉਹਨੂੰ ਆ ਪਹਿਲੇ ਦਰਜੇ ਵਾਲੇ ਨੇ ਖਾਧਾ, 2 ਵਾਲੇ ਨੇ, ਫਿਰ ਉਹਨੂੰ ਦੂਜੇ ਦਰਜੇ ਵਾਲੇ ਨੇ ਖਾਧਾ। ਸੋ ਮੈਂ ਇੱਕ ਫੂਡ ਚੇਨ ਬਣਾਤੀ ਤੁਹਾਡੇ ਲਈ, ਠੀਕ ਹੈ। ਉਸ ਤੋਂ ਬਾਅਦ ਮੈਂ ਨੀਚੇ ਇੱਕ ਹੋਰ ਬਣਾ ਦਿੰਦਾ। ਸੋ ਮੈਂ 2 ਫੂਡ ਚੇਨਾਂ ਬਣਾਤੀਆਂ ਮੰਨ ਲਓ ਇਸ ਤਰੀਕੇ ਨਾਲ। ਸੋ ਪਹਿਲੀ ਫੂਡ ਚੇਨ ਦੇ ਵਿੱਚ 4 ਮੈਂਬਰ ਲਏ ਨੇ ਮੈਂ, ਦੂਜੀ ਦੇ ਵਿੱਚ 3 ਹੀ ਲਏ ਨੇ, ਠੀਕ ਹੈ ਜੀ। ਇੱਥੋਂ ਤੱਕ ਤੁਹਾਨੂੰ ਸਮਝ ਆ ਗਿਆ ਹੋ ਕਿ 2 ਮੈਂ ਭੋਜਨ ਲੜੀਆਂ ਲਿਖ ਲਈਆਂ। ਮੈਂ ਨਾਮ ਨਹੀਂ ਲਿਖੇ ਕਿਉਂਕਿ ਫਿਰ ਕਾਫੀ ਟਾਈਮ ਖਰਾਬ ਹੋ ਜਾਂਦਾ ਹੈਗਾ, ਮੈਂ ਡਾਇਰੈਕਟ ਹੀ ਲਿਖਤਾ। ਹੁਣ ਅਗਰ ਮਤਲਬ ਜੋ ਹੈਗਾ, ਪਹਿਲੀ ਜੋ ਫੂਡ ਚੇਨ ਹੈ ਉਹਦੇ ਵਿੱਚ ਜੋ ਦੂਜੇ ਨੰਬਰ ਤੇ ਹੈ, ਉਹਨੂੰ ਉਸ ਫੂਡ ਚੇਨ ਵਾਲਾ ਤੀਜੇ ਨੰਬਰ ਵਾਲਾ ਤਾਂ ਖਾ ਹੀ ਰਿਹਾ, ਨਾਲ ਦੀ ਨਾਲ ਜੇ ਉਸ 2 ਵਾਲੇ ਨੂੰ ਆ ਵੀ ਖਾਵੇ, ਦੂਜੀ ਫੂਡ ਚੇਨ ਵਾਲਾ ਤੀਜੇ ਨੰਬਰ ਵਾਲਾ ਵੀ ਖਾਵੇ, ਜਾਂ ਕਹਿ ਲਓ ਦੂਜੇ ਦਰਜੇ ਦਾ ਖਪਤਕਾਰ ਵੀ ਖਾਵੇ, ਤਾਂ ਦੇਖੋ ਇੱਕ ਜਾਲ ਬਣ ਗਿਆ ਨਾ। ਮਤਲਬ ਪਹਿਲੀ ਜਿਹੜੀ ਫੂਡ ਚੇਨ ਆ ਉਹ ਦੂਜੀ ਨਾਲ ਲਿੰਕ ਹੋ ਗਈ। ਤੇ ਜਦੋਂ ਇਦਾਂ ਫੂਡ ਚੇਨ ਆਪਸ ਦੇ ਵਿੱਚ ਇੰਟਰਲਿੰਕ ਹੋ ਜਾਂਦੀਆਂ ਨੇ, ਭੋਜਨ ਲੜੀਆਂ ਆਪਸ ਦੇ ਵਿੱਚ ਜੁੜ ਜਾਂਦੀਆਂ ਨੇ ਇੱਕ ਦੂਜੇ ਦੇ ਨਾਲ, ਤਾਂ ਉਹਨੂੰ ਕੀ ਬੋਲਦੇ ਆ ਅਸੀਂ? ਫੂਡ ਵੈਬ। ਉਹਨੂੰ ਬੋਲਦੇ ਆ ਅਸੀਂ ਭੋਜਨ ਜਾਲ। ਸੋ ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ। ਹਾਂਜੀ, ਕਾਫੀ ਡਿਫਿਕਲਟ ਜਿਹਾ ਕੰਮ ਕਰਨ ਤੋਂ ਬਾਅਦ ਹੁਣ ਅਸੀਂ ਸੌਖੇ ਕੰਮ ਤੇ ਆਉਣੇ ਆ। ਡੀਫੋਰੈਸਟੇਸ਼ਨ। ਜੇ ਦੇਖੋ ਜਿੱਥੇ ਸ਼ਬਦ ਅੱਗੇ ਆ ਗਿਆ ਨਾ DED, ਡੀਫੋਰੈਸਟੇਸ਼ਨ, ਤਾਂ ਇਹਦਾ ਮਤਲਬ ਹੁੰਦਾ ਜੀ ਪੰਜਾਬੀ ਦੇ ਵਿੱਚ ਜੰਗਲਾਂ ਦੀ ਕਟਾਈ। ਸੋ ਜੰਗਲਾਂ ਦੇ ਕੱਟਣ ਨੂੰ ਅਸੀਂ ਕੀ ਬੋਲਦੇ ਹਾਂ? ਡੀਫੋਰੈਸਟੇਸ਼ਨ। ਇੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਪੌਦੇ ਕੱਟੇ ਗਏ ਨੇ ਜੋ ਕਿ ਜੰਗਲ ਦੇ ਵਿੱਚ ਸੀਗੇ, ਤਾਂ ਇੱਥੇ ਕੀ ਹੋ ਰਹੀ ਹੈ? ਡੀਫੋਰੈਸਟੇਸ਼ਨ। ਹੁਣ ਇਹਦਾ ਕਾਰਨ ਕੀ ਹੈ? ਜੰਗਲ ਕੱਟੇ ਕਿਉਂ ਜਾਂਦੇ ਨੇ? ਹਾਲਾਂਕਿ ਅਸੀਂ ਤਾਂ ਪੜ੍ਹ ਕੇ ਆਏ ਹਾਂ ਕਿ ਜੰਗਲਾਂ ਦੇ ਸਾਨੂੰ ਬਹੁਤ ਲਾਭ ਨੇ, ਪਰ ਜੰਗਲਾਂ ਦੀ ਕਟਾਈ ਹੁੰਦੀ ਕਿਉਂ ਹੈ? ਉਹਦੇ ਕਈ ਕਾਰਨ ਹੋ ਸਕਦੇ ਨੇ ਜੀ, ਮੈਂ ਸਿੰਪਲ ਲਿਖੇ ਨੇ। ਪਹਿਲਾ ਕਾਰਨ ਹੈ ਖੇਤੀਬਾੜੀ ਕਾਰਨ। ਖੇਤੀਬਾੜੀ ਨੂੰ ਇੰਗਲਿਸ਼ ਵਾਲੇ ਕਾਈਂਡਲੀ ਦੇਖੋ, ਥੋੜੀ ਜਿਹੀ ਦਿੱਕਤ ਆ ਸਕਦੀ ਹੈ ਮੈਨੂੰ। ਕਿਰਪਾ ਕਰਕੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਜਰੂਰ ਦੱਸ ਦਿਆ ਕਰੋ ਕਿ ਤੁਸੀਂ ਪੰਜਾਬੀ ਵਾਲੇ ਹੋ ਜਾਂ ਇੰਗਲਿਸ਼ ਵਾਲੇ। ਸੋ ਅਗਰ ਤਾਂ ਸਾਰੇ ਹੀ ਤੁਸੀਂ ਪੰਜਾਬੀ ਦੇ ਵਿੱਚ ਕਰ ਰਹੇ ਹੋ, ਠੀਕ ਹੈ, EVS ਨੂੰ, ਤਾਂ ਵੀ ਮੈਨੂੰ ਪਤਾ ਲੱਗ ਜਾਊਗਾ, ਤਾਂ ਆਪਣਾ ਹੋਰ ਵੀ ਈਜ਼ੀ ਹੋ ਜਾਊਗਾ ਇੱਕ ਲੈਂਗੁਏਜ ਦੇ ਵਿੱਚ ਕਰਨਾ ਪ੍ਰੋਪਰ ਵੇ ਦੇ ਨਾਲ। ਤਾਂ ਮੈਂ ਪੰਜਾਬੀ ਲਿਖ ਦੂੰਗਾ। ਅਗਰ ਕੋਈ ਇੰਗਲਿਸ਼ ਵਾਲਾ ਵੀ ਹੈ ਤਾਂ ਵਿੱਚ ਜ਼ਰੂਰ ਮੈਂਸ਼ਨ ਕਰ ਦਿਓ, ਫਿਰ ਆਪਾਂ ਬਾਈਲਿੰਗੁਅਲ ਹੀ ਰੱਖਾਂਗੇ। ਸੋ ਇਹ ਤੁਸੀਂ ਜ਼ਰੂਰ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾਗਾ ਕਿ ਤੁਸੀਂ ਕਿਸ ਮੀਡੀਅਮ ਦੇ ਵਿੱਚ ਤਿਆਰੀ ਕਰ ਰਹੇ ਹੋ, ਤਾਂ ਕਿ ਮੈਨੂੰ ਪਤਾ ਲੱਗੇ ਕਿ ਜ਼ਿਆਦਾਤਰ ਜਿਹੜੇ ਸਟੂਡੈਂਟ ਨੇ ਉਹ ਕਿਸ ਮੀਡੀਅਮ ਦੇ ਵਿੱਚ ਨੇ। ਇਸ ਤੋਂ ਬਾਅਦ ਉਦਯੋਗੀਕਰਨ ਨਾਲ ਦੇਖੋ ਹੋਰ ਕਾਰਨ ਕੀ ਹੈ ਜੀ? ਇੰਡਸਟਰੀਆਂ, ਹਨਾ, ਇੰਡਸਟਰੀ। ਸੋ ਮਤਲਬ ਨਵੀਆਂ ਜਿਹੜੀਆਂ ਫੈਕਟਰੀਆਂ ਵਗੈਰਾ ਲੱਗਣੀਆਂ, ਉਹਦੇ ਕਾਰਨ ਵੀ ਜੰਗਲ ਕੱਟੇ ਜਾ ਰਹੇ ਨੇ। ਇਸ ਤੋਂ ਇਲਾਵਾ ਲੱਕੜਾਂ ਦੀ ਕਟਾਈ ਕਾਰਨ, ਦੇਖੋ ਲੱਕੜਾਂ ਚਾਹੀਦੀਆਂ ਨੇ ਬਹੁਤਿਆਂ ਨੂੰ, ਤਾਂ ਉਹਦੇ ਲਈ ਵੀ ਜੰਗਲਾਂ ਦੇ ਵਿੱਚੋਂ ਦਰਖਤਾਂ ਨੂੰ ਕੱਟਣਾ ਪਊਗਾ। ਇਸ ਤੋਂ ਇਲਾਵਾ ਸ਼ਹਿਰੀਕਰਨ ਨਾਲ ਜੀ, ਮਤਲਬ ਬਹੁਤ ਸਾਰਾ ਦੇਖੋ ਹੁਣ ਪਿੰਡ ਵੀ ਸ਼ਹਿਰ ਬਣ ਰਹੇ ਨੇ, ਹਨਾ, ਨੇੜੇ ਪਿੰਡ ਹੋ ਰਹੇ ਨੇ, ਇਦਾਂ ਕਹਿ ਲਓ। ਸ਼ਹਿਰੀਕਰਨ ਹੋ ਰਿਹਾ ਗਾ, ਤਾਂ ਉਹਦੇ ਲਈ ਫਿਰ ਲੈਂਡ ਵੀ ਚਾਹੀਦੀ ਹੈ, ਜ਼ਮੀਨ ਵੀ ਚਾਹੀਦੀ ਹੈ। ਤੇ ਉਹਨੂੰ ਅਗਰ ਅਸੀਂ ਜ਼ਮੀਨ ਚਾਹੀਦੀ ਹੈ ਸਾਨੂੰ, ਤਾਂ ਉੱਥੇ ਵੀ ਫਿਰ ਜੰਗਲ ਕੱਟੇ ਜਾ ਰਹੇ ਨੇ। ਇਸ ਤੋਂ ਇਲਾਵਾ ਖਾਨਾ ਪੁੱਟਣ ਕਾਰਨ ਬਹੁਤ ਸਾਰੀ ਨਿਊਜ਼ ਦੇ ਵਿੱਚ ਇਹ ਖਬਰ ਕਾਮਨ ਹੀ ਰਹਿੰਦੀ ਹੈ, ਇੱਥੇ ਦੇਖ ਸਕਦੇ ਹੋ ਤੁਸੀਂ, ਜਿਸ ਨੂੰ ਅਸੀਂ ਮਾਈਨਿੰਗ ਬੋਲਦੇ ਹਾਂ ਜੀ, ਮਾਈਨਿੰਗ। ਸੋ ਮਾਈਨਿੰਗ ਬਹੁਤ ਜਗ੍ਹਾ ਤੇ ਇਨਲੀਗਲ ਤਰੀਕੇ ਨਾਲ ਵੀ ਹੁੰਦੀ ਹੈ, ਮਾਈਨਿੰਗ ਹੋ ਰਹੀ ਹੈ। ਸੋ ਮਾਈਨਿੰਗ ਦੇ ਨਾਲ, ਖਾਨਾ ਪੁੱਟਣ ਦੇ ਨਾਲ ਕਹਿ ਲਓ ਕਿ ਜੰਗਲ ਕੱਟੇ ਜਾ ਰਹੇ ਨੇ। ਇਸ ਤੋਂ ਇਲਾਵਾ ਡੈਮ, ਸੜਕਾਂ ਜਾਂ ਬੰਨ ਉਸਾਰੀ ਕਾਰਨ ਸੜਕਾਂ ਬਣ ਰਹੀਆਂ ਨੇ, ਠੀਕ ਹੈ। ਡੈਮ ਵਗੈਰਾ ਹੋ ਗਏ, ਬੰਨਾਂ ਦੀ ਉਸਾਰੀ ਹੋ ਰਹੀ ਹੈ, ਇਹਦੇ ਨਾਲ ਵੀ ਜੰਗਲਾਂ ਦੀ ਕਟਾਈ ਹੋ ਰਹੀ ਹੈ। ਵੱਧ ਪਸ਼ੂ ਚਰਾਉਣ ਨਾਲ, ਸੋ ਹਾਲਾਂਕਿ ਹੁਣ ਤਾਂ ਕਾਫੀ ਘਟ ਗਿਆ, ਬਟ ਪਸ਼ੂਆਂ ਨੂੰ ਚਰਾਉਣ ਨਾਲ ਜੰਗਲਾਂ ਦੇ ਵਿੱਚ ਜਿਵੇਂ ਲੈ ਕੇ ਜਾਂਦੇ ਨੇ, ਤਾਂ ਉਹਦੇ ਨਾਲ ਵੀ ਕੀ ਹੁੰਦਾ ਜੀ? ਡੀਫੋਰੈਸਟੇਸ਼ਨ ਹੋ ਰਹੀ ਹੈ। ਇਸ ਤੋਂ ਇਲਾਵਾ ਇੱਥੇ ਜੋ ਨਹੀਂ ਲਿਖਿਆ ਹੋਇਆ, ਦੇਖੋ ਇੱਥੇ ਕੀ ਹੋ ਰਿਹਾ, ਧਿਆਨ ਨਾਲ ਦੇਖੋ ਕਿ ਜੰਗਲ ਨੂੰ ਅੱਗ ਲੱਗ ਗਈ। ਉਹੀ ਗੱਲ ਹੋ ਜਾਂਦੀ ਹੈ ਨਾ ਕਿ ਕਈ ਵਾਰ ਤਾਪਮਾਨ ਇੰਨਾ ਵੱਧ ਜਾਂਦਾ ਆਪਣੀ ਅਰਥ ਦਾ ਕਿ ਉਹਦੇ ਨਾਲ ਜਿਹੜੀ ਫੋਰੈਸਟ ਫਾਇਰ ਵੀ ਹੋ ਜਾਂਦੀ ਹੈ, ਮਤਲਬ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ। ਸੋ ਉਹ ਵੀ ਇੱਕ ਕਾਰਨ ਹੈ ਜੀ ਜੰਗਲਾਂ ਦੀ ਕਟਾਈ ਦਾ, ਜਾਂ ਕਹ ਲਓ ਡੀਫੋਰੈਸਟੇਸ਼ਨ ਦਾ। ਇਹਨੂੰ ਵੀ ਤੁਸੀਂ ਨਾਲ ਕਾਊਂਟ ਕਰ ਸਕਦੇ ਹੋ ਕਿ ਡੀਫੋਰੈਸਟੇਸ਼ਨ ਦਾ ਕੀ ਕਾਰਨ ਹੈ। ਸੋ ਬੈਸਟ ਹੈ ਜਿਹੜੇ ਮੈਂ ਕਾਰਨ ਜਿਹੜੇ ਹੈਗੇ ਨੇ ਉਹ ਮੇਨ 7 ਲਿਖਤੇ ਇੱਕ ਤਰੀਕੇ ਨਾਲ। ਸੋ ਜੰਗਲ ਨਸ਼ਟ ਹੋਣ ਦੇ, ਆਪਾਂ ਇਹਦੇ ਬੋਲ ਸਕਦੇ ਹਾਂ ਕਿ ਜੰਗਲ ਨਸ਼ਟ ਹੋਣ ਦੇ ਕੀ ਕਾਰਨ ਨੇ। ਸੋ ਜੰਗਲ ਨਸ਼ਟ ਹੋਣ ਦਾ ਇੱਕ ਕਾਰਨ ਜੰਗਲਾਂ ਨੂੰ ਅੱਗ ਲੱਗਣਾ ਵੀ ਹੈ। ਸੋ ਉਹਦੇ ਲਈ ਵੀ ਗਲੋਬਲ ਵਾਰਮਿੰਗ, ਵਿਸ਼ਵ ਤਾਪਨ ਹੀ ਰਿਸਪੌਂਸੀਬਲ ਹੈ। ਤਾਪਮਾਨ ਵਧੂਗਾ ਤਾਂ ਬਹੁਤ ਸਾਰੇ ਤੁਸੀਂ ਫੋਰਨ ਕੰਟਰੀਆਂ ਦੇ ਵਿੱਚ ਦੇਖਿਆ ਹੋਊਗਾ, ਸਪੈਸ਼ਲੀ ਆਸਟ੍ਰੇਲੀਆ ਦੇ ਵਿੱਚ ਪਿੱਛੇ ਰੀਸੈਂਟਲੀ ਮੇਬੀ ਨਿਊਜ਼ ਆਈ ਸੀਗੀ ਕਿ ਉੱਥੇ ਜੰਗਲ ਨੂੰ ਪ੍ਰੋਪਰ ਅੱਗ ਲੱਗ ਗਈ ਕਾਫੀ ਜਗ੍ਹਾ ਦੇ ਉੱਪਰ। ਸੋ ਅਗਰ ਗਲੋਬਲ ਵਾਰਮਿੰਗ ਜ਼ਿਆਦਾ ਹੋਊਗੀ ਤਾਂ ਫੋਰੈਸਟ ਫਾਇਰ ਦੇ ਨਾਲ ਵੀ ਮਤਲਬ ਜਿਹੜੇ ਹੈਗੇ ਜੰਗਲ ਨਸ਼ਟ ਹੋ ਸਕਦੇ ਨੇ। ਸੋ ਹੋਪਫੁਲੀ ਤੁਹਾਨੂੰ ਕਾਜ਼ ਪਤਾ ਲੱਗ ਗਏ ਹੋਣਗੇ, ਕਾਰਨ ਪਤਾ ਲੱਗ ਗਏ ਹੋਣਗੇ। ਅੱਛਾ, ਜੰਗਲਾਂ ਦੀ ਕਟਾਈ ਦੇ ਕੌਨਸੀਕੁਐਂਸ ਕੀ ਨੇ ਜੀ? ਸਿੱਟੇ ਕੀ ਨੇ ਹੁਣ, ਹਨਾ? ਪਹਿਲਾਂ ਤਾਂ ਕਾਰਨ ਆਪਾਂ ਦੇਖੀ ਵੀ ਕਾਰਨ ਕੀ ਨੇ ਜੰਗਲਾਂ ਦੀ ਕਟਾਈ ਦੇ, ਕਿਉਂ ਲੋਕ ਕੱਟੇ ਜਾ ਰਹੇ ਨੇ, ਕਿਉਂ ਜੰਗਲ ਖਤਮ ਹੋ ਰਹੇ ਨੇ। ਹੁਣ ਦੇਖਾਂਗੇ ਜੇ ਜੰਗਲ ਖਤਮ ਹੋ ਜਾਣ
ਹਨਾ, ਤਾਂ ਸਿੱਟੇ ਕੀ ਨਿਕਲਣਗੇ, ਉਹਦੇ ਪ੍ਰਭਾਵ ਕੀ ਪੈਣਗੇ। ਸਭ ਤੋਂ ਪਹਿਲਾ ਪ੍ਰਭਾਵ ਪਏਗਾ ਜੀ ਵਾਟਰ ਸਾਈਕਲ ਵਿਗੜੇਗਾ, ਜਾਂ ਕਹ ਲਓ ਜਲ ਚੱਕਰ ਵਿਗੜੇਗਾ, ਇਹਨੂੰ ਵਾਟਰ ਸਾਈਕਲ ਬੋਲ ਦੋ। ਉਹੀ ਕਿ ਜੋ ਮੀਂਹ ਵਗੈਰਾ ਹਨਾ ਪ੍ਰੋਪਰ ਨਹੀਂ ਪੈਣਗੇ, ਉਹਨਾਂ ਦਾ ਸਾਈਕਲ ਵਿਗੜ ਜਾਏਗਾ, ਇਦਾਂ ਬੋਲ ਦੋ। ਹਵਾ ਪ੍ਰਦੂਸ਼ਣ ਵਧੇਗਾ ਜੀ, ਏਅਰ ਪੋਲਿਊਸ਼ਨ ਜ਼ਿਆਦਾ ਹੋਏਗਾ, ਕਿਉਂਕਿ ਜਿਹੜੀ ਗੈਸ CO2 ਵਰਗੀਆਂ ਗੈਸਾਂ ਜਿਹੜੀਆਂ ਹੈਗੀਆਂ ਨੇ, ਉਹਨੂੰ ਪੌਦੇ ਰੈਸਪੀਰੇਸ਼ਨ ਲਈ ਖੁਦ ਯੂਜ਼ ਕਰ ਲੈਂਦੇ ਨੇ। ਜਿਵੇਂ ਆਪਾਂ ਸਾਹ ਰਾਹੀਂ ਆਕਸੀਜਨ ਅੰਦਰ ਲੈ ਕੇ ਜਾਂਦੇ ਹਾਂ ਨਾ, CO2 ਬਾਹਰ ਕੱਢਦੇ ਹਾਂ, ਉਹਨੂੰ ਪੌਦੇ ਖੁਦ ਅਬਜ਼ੌਰਬ ਕਰ ਲੈਂਦੇ ਨੇ, ਤੇ ਨਾਲ ਦੀ ਨਾਲ ਅਬਜ਼ੌਰਬ ਕਰਕੇ ਉਸ ਤੋਂ ਬਾਅਦ ਆਕਸੀਜਨ ਰਿਲੀਜ਼ ਵੀ ਕਰਦੇ ਨੇ। ਤਾਂ ਕਰਕੇ ਏਅਰ ਪੋਲਿਊਸ਼ਨ ਤਾਂ ਹੋਊਗਾ ਹੀ ਹੋਊਗਾ। ਫਿਰ ਸ਼ਾਇਦ ਤੁਸੀਂ ਦਰਖਤਾਂ, ਜੋ ਵੱਡੀਆਂ ਆਪਣੀਆਂ ਹਾਈਵੇ ਬਣੇ ਨੇ ਨਾ, ਉਹਦੇ ਵਿੱਚ ਤੁਸੀਂ ਬਿਲਕੁਲ ਸੈਂਟਰ ਵਾਲੀ ਜੋ ਲਾਈਨ ਹੁੰਦੀ ਹੈ, ਉੱਥੇ ਤੁਸੀਂ ਪੌਦੇ ਜ਼ਰੂਰ ਦੇਖੇ ਹੋਣਗੇ ਲੱਗੇ ਹੋਏ ਬਿਲਕੁਲ ਸੈਂਟਰ ਤੇ। ਤਾਂ ਉਹਦਾ ਵੀ ਇੱਕ ਵੱਡਾ ਰੀਜ਼ਨ ਇਹ ਹੈ ਜੀ, ਉਹਦੇ ਪਿੱਛੇ ਵੀ ਮੇਨ ਕਾਰਨ ਇਹੀ ਸੀਗਾ ਕਿ ਜੋ ਵੀ ਪੋਲਿਊਸ਼ਨ ਹੁੰਦਾ, ਜੋ ਧੂੰਆਂ ਨਿਕਲਦਾ ਹੈ ਨਾ, ਚਾਹੇ ਗੱਡੀਆਂ ਹੋ ਗਈਆਂ, ਮੋਟਰਸਾਈਕਲ ਹੋ ਗਏ ਜਾਂ ਹੋਰ ਵਹੀਕਲ ਹੋ ਗਏ, ਤਾਂ ਉਹ ਜਿਹੜਾ ਪੋਲਿਊਸ਼ਨ ਹੈ ਉਹਨੂੰ ਅਬਜ਼ੌਰਬ ਕਰ ਲੈਂਦੇ ਨੇ ਉਹ ਪੌਦੇ। ਸਰ ਏਅਰ ਪੋਲਿਊਸ਼ਨ ਤਾਂ ਵਧੇਗਾ ਅਗਰ ਜੰਗਲ ਨਹੀਂ ਹੋਣਗੇ। ਵਿਸ਼ਵ ਤਾਪਨ ਦੀ ਸਮੱਸਿਆ ਵਧੇਗੀ, ਇਹ ਤਾਂ ਬੜੀ ਇੰਪੋਰਟੈਂਟ ਹੈ ਜੀ, ਹੈ ਨਾ, ਗਲੋਬਲ ਵਾਰਮਿੰਗ ਵਧੇਗੀ ਜੀ। ਠੀਕ ਹੈ, ਗਲੋਬਲ ਵਾਰਮਿੰਗ ਬੜਾ ਇੰਪੋਰਟੈਂਟ ਕੰਸਰਨ ਹੈ ਪਿਛਲੇ ਕੁਝ ਟਾਈਮ ਦਾ। ਸੋ ਗਲੋਬਲ ਵਾਰਮਿੰਗ ਵਧੇਗੀ। ਇਸ ਤੋਂ ਇਲਾਵਾ ਭੌਂਖੋਰ ਵਧੇਗਾ, ਭੌਂਖੋਰ ਨੂੰ ਅਸੀਂ ਲਿਖਦੇ ਹਾਂ ਜੀ ਸੋਇਲ ਇਰੋਜ਼ਨ। ਠੀਕ ਹੈ, ਸੋਇਲ ਇਰੋਜ਼ਨ, ਕਿ ਮਿੱਟੀ ਦੀ ਜਿਹੜੀ ਉੱਪਰਲੀ ਪਰਤ ਹੈ ਉਹ ਮਤਲਬ ਉਹਦੀ ਤਹਿ ਲੈ ਜਾਏਗੀ, ਸੋਇਲ ਇਰੋਜ਼ਨ। ਇਸ ਤੋਂ ਇਲਾਵਾ ਜੰਗਲੀ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਣਗੇ। ਓਬਵੀਅਸ ਹੈ, ਜੰਗਲ ਕੱਟੇ ਜਾਣਗੇ, ਉੱਥੇ ਬਹੁਤ ਸਾਰੇ ਐਨੀਮਲਸ, ਠੀਕ ਹੈ, ਬਹੁਤ ਸਾਰੇ ਜਾਨਵਰ ਉੱਥੇ ਰਹਿੰਦੇ ਨੇ, ਤਾਂ ਜੰਗਲ ਨਹੀਂ ਹੋਣਗੇ ਤਾਂ ਉਹਨਾਂ ਦੇ ਘਰ ਵੀ ਕਿੱਥੋਂ ਬਚਣਗੇ। ਇਸ ਤੋਂ ਇਲਾਵਾ ਸੋਕੇ ਦੀ ਸਮੱਸਿਆ ਹੋ ਜੂਗੀ ਜੀ, ਬੜਾ ਇੰਪੋਰਟੈਂਟ ਹੈ। ਮਾਰੂਥਲੀਕਰਨ ਹੋ ਜਾਊਗਾ। ਸੋ ਮਾਰੂਥਲੀਕਰਨ ਦੀ ਤਾਂ ਤੁਸੀਂ ਨਾਲ ਦੀ ਨਾਲ ਇੱਥੇ ਪਿਕਚਰ ਵੀ ਦੇਖ ਸਕਦੇ ਹੋ। ਜਿਵੇਂ ਬਹੁਤ ਸਾਰੇ ਇਲਾਕੇ ਨੇ ਜੋ ਕਿ ਹੁਣ ਜਿੱਥੇ ਫਸਲ ਵਗੈਰਾ ਜਾਂ ਬਹੁਤ ਘੱਟ ਹੁੰਦੀ ਹੈ, ਸੋ ਇਸ ਤਰੀਕੇ ਨਾਲ ਜ਼ਮੀਨ ਬੰਜਰ ਹੋ ਜੂਗੀ, ਇਦਾਂ ਬੋਲ ਲਓ, ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ ਮਾਰੂਥਲੀਕਰਨ ਹੀ ਹੋ ਜਾਏਗਾ। ਸੋ ਬੜਾ ਇੰਪੋਰਟੈਂਟ ਹੈ ਫੋਰੈਸਟ ਦਾ। ਫੋਰੈਸਟ ਤੋਂ ਮੇਰੇ ਕਹਿਣ ਦਾ ਇੰਡਾਇਰੈਕਟ ਮਤਲਬ ਇਹ ਹੈ ਕਿ ਪੌਦਿਆਂ ਦਾ ਬੜੀ ਇੰਪੋਰਟੈਂਸ ਹੈ, ਜੰਗਲਾਂ ਦੀ ਬੜੀ ਇੰਪੋਰਟੈਂਸ ਹੈਗੀ। ਸੋ ਅਗਰ ਜੰਗਲ ਨਹੀਂ ਰਹਿਣਗੇ ਤਾਂ ਉਹਦੇ ਬੜੇ ਭਿਆਨਕ ਸਿੱਟੇ ਨਿਕਲ ਸਕਦੇ ਨੇ। ਤਾਂ ਭਿਆਨਕ ਸਿੱਟੇ ਕਿਹੜੇ ਨੇ, ਜਿਹੜੇ ਕਿ ਮੈਂ ਇੱਥੇ 6 ਪੁਆਇੰਟ ਤੁਹਾਡੇ ਲਈ ਲਿਖੇ ਹੋਏ ਨੇ। ਹਾਂਜੀ, ਨੈਕਸਟ ਆਪਾਂ ਕੁਝ MCQ ਕਰ ਲੈਂਦੇ ਹਾਂ। ਹਾਲਾਂਕਿ এনवायरमेंट ਵਾਲਾ ਇਹ ਪੋਰਸ਼ਨ ਆਪਣਾ ਕਾਫੀ ਲੰਬਾ ਗਾ, ਨਾਲ ਦੀ ਨਾਲ ਬਹੁਤ ਸਾਰੇ ਟੌਪਿਕ ਆਪਣੇ ਕਵਰ ਹੋ ਜਾਣਗੇ। ਇਹ ਕੁਐਸਚਨ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ, ਆਪਣੇ 2023 ਦੇ ਪੇਪਰ ਦੇ ਨੇ ਜੀ। 2023 ਪੇਪਰ 1 ਜਿਹੜਾ ਹੋਇਆ ਸੀ, ਉਹਦੇ ਵਿੱਚ ਇਹ 2 ਕੁਐਸਚਨ ਆਏ ਹੋਏ ਨੇ, ਜੋ ਕਿ ਆਪਣੀ ਅੱਜ ਵਾਲੀ ਕਲਾਸ ਨਾਲ ਲਿੰਕ ਨੇ। ਦੈਟਸ ਵਾਈ ਇਹ ਕਲਾਸ ਬੜੀ ਇੰਪੋਰਟੈਂਟ ਹੈ। ਚਲੋ ਪੜ੍ਹਦੇ ਹਾਂ ਇਹਦੇ ਵਿੱਚ ਕੀ ਲਿਖਿਆ ਹੋਏਗਾ। ਸੋ ਆਪਾਂ ਡਾਇਰੈਕਟ ਹੀ ਪੜ੍ਹ ਲੈਂਦੇ ਹਾਂ। ਚਾਹੇ ਅਰਨਬ ਵਿਜ਼ਿਟਡ ਅ ਫੋਰੈਸਟ ਨੀਅਰ ਹਿਸ ਟਾਊਨ ਵਿਦ ਹਿਸ ਕਲਾਸਮੇਟ ਐਂਡ ਹਿਸ ਟੀਚਰ। As they were entering the forest, their class teacher told them not to make noise in the forest as noise could disturb. ਦੇਖੋ ਧਿਆਨ ਨਾਲ, ਅਰਨਬ ਆਪਣੇ ਦੋਸਤਾਂ ਨਾਲ, ਸਹਿਪਾਠੀਆਂ ਨਾਲ ਅਤੇ ਆਪਣੇ ਅਧਿਆਪਕ ਨਾਲ ਸ਼ਹਿਰ ਦੇ ਨੇੜੇ ਇੱਕ ਜੰਗਲ ਦਾ ਦੌਰਾ ਕਰਨ ਲਈ ਗਿਆ। ਜਦੋਂ ਉਹ ਜੰਗਲ ਵਿੱਚ ਦਾਖਲ ਹੋ ਰਹੇ ਸਨ ਤਾਂ ਉਹਨਾਂ ਦੇ ਕਲਾਸ ਅਧਿਆਪਕ ਨੇ ਉਹਨਾਂ ਨੂੰ ਕਿਹਾ ਕਿ ਉਹ ਜੰਗਲ ਵਿੱਚ ਰੌਲਾ ਨਾ ਪਾਉਣ, ਕਿਉਂਕਿ ਸ਼ੋਰ ਪਾਉਣ ਨਾਲ ਮਤਲਬ ਕੌਣ ਪਰੇਸ਼ਾਨ ਹੋ ਸਕਦਾ ਹੈ। ਸੋ ਪਹਿਲੀ ਆਪਸ਼ਨ ਹੈ ਜੀ ਵਰਡਸ, ਪੰਛੀ। ਫਿਰ ਹੈਗੀ ਹੈ ਐਨੀਮਲਸ। ਫਿਰ ਹੈਗੇ ਆ ਬੋਥ ਵਰਡਸ ਐਂਡ ਐਨੀਮਲਸ। ਡੀ ਪੌਦੇ, ਪਲਾਂਟਸ। ਦੇਖੋ ਧਿਆਨ ਨਾਲ, ਮੈਂ ਤੁਹਾਨੂੰ ਪਹਿਲੀ ਸਲਾਈਡ 'ਤੇ ਦੱਸਦਾ ਸੀਗਾ ਕਿ ਜੋ ਫੋਰੈਸਟ ਜੰਗਲ ਹੈ ਉਹਦੇ ਵਿੱਚ ਜਿਹੜੇ ਹੈਗੇ ਨੇ ਸਾਰਾ ਕੁਝ ਹੀ ਹੁੰਦਾ ਜੀ। ਇਸ ਤਰੀਕੇ ਨਾਲ ਪਲਾਂਟਸ ਵੀ ਆ ਜਾਂਦੇ ਨੇ, ਸਾਰਾ ਕੁਝ ਹੋ ਜਾਊਗਾ। ਹਾਲਾਂਕਿ ਪਲਾਂਟਸ ਨੂੰ ਬਹੁਤ ਜ਼ਿਆਦਾ ਇਫੈਕਟ ਨਹੀਂ ਪਊਗਾ, ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ ਸ਼ੋਰ ਪਾਉਣ ਦੇ ਨਾਲ ਬੋਥ ਵਰਡਸ ਐਂਡ ਐਨੀਮਲਸ ਇੱਥੇ ਆਪਣਾ ਰਾਈਟ ਆਪਸ਼ਨ ਬਣੇਗਾ, ਕਿਉਂਕਿ ਐਨੀਮਲਸ ਜਿਹੜੇ ਹੈਗੇ ਨੇ ਤੇ ਵਰਡਸ ਜਿਹੜੇ ਹੈਗੇ ਨੇ, ਜਿਹੜੇ ਪੰਛੀ ਹੈਗੇ ਨੇ, ਮਤਲਬ ਉਹ ਦੋਨੇ ਹੀ ਪ੍ਰਭਾਵਿਤ ਹੋਣਗੇ, ਹੈ ਨਾ। ਅਗਰ ਸ਼ੋਰ ਜੰਗਲ ਦੇ ਵਿੱਚ ਸ਼ੋਰ ਪਾਇਆ ਜਾਊਗਾ ਤਾਂ ਇੱਥੇ ਪਲਾਂਟਸ ਵਾਲਾ ਡੀ ਆਪਸ਼ਨ ਕੱਲਾ ਸਹੀ ਨਹੀਂ ਆਊਗਾ। ਤਾਂ ਸਭ ਤੋਂ ਸਹੀ ਇੱਥੇ ਆਪਸ਼ਨ ਕਿਹੜਾ ਬਣੂਗਾ ਜੀ, ਆਪਸ਼ਨ ਸੀ, ਬੋਥ ਵਰਡਸ ਐਂਡ ਐਨੀਮਲਸ। ਤਾਂ ਬੜਾ ਸਿੰਪਲ ਜਿਹਾ ਕੁਐਸਚਨ ਸੀਗਾ, ਕੋਈ ਜ਼ਿਆਦਾ ਇਹਦੇ ਵਿੱਚ ਔਖਾ ਕੰਮ ਨਹੀਂ ਸੀਗਾ। ਇਸ ਤੋਂ ਇਲਾਵਾ ਸੈਕੰਡ ਕੁਐਸਚਨ ਦੇਖੋ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਨੇਮ ਆਫ ਟਰੀ। ਦੇਖੋ ਇੱਥੇ ਆ ਗਿਆ, ਹੈ ਨਾ। ਤਾਂ ਹੀ ਮੈਂ ਤੁਹਾਨੂੰ ਬੂਟੀ, ਝਾੜੀ ਤੇ ਦਰਖਤ ਜਾਂ ਟਰੀ ਬਾਰੇ ਦੱਸਿਆ ਸੀਗਾ, ਰੁੱਖ ਬਾਰੇ ਦੱਸਿਆ ਸੀ, ਕਿਉਂਕਿ ਇਦਾਂ ਦੇ ਕੁਐਸਚਨ ਆਪਾਂ ਨੂੰ ਕਈ ਵਾਰ ਪੁੱਛੇ ਗਏ ਨੇ ਪੇਪਰ ਦੇ ਵਿੱਚ। ਹੇਠ ਦਿੱਤੇ ਵਿੱਚੋਂ ਕਿਹੜਾ ਰੁੱਖ ਦਾ ਨਾਮ ਨਹੀਂ ਹੈ। ਸੋ ਰੁੱਖ ਦਾ ਨਾਮ ਕਿਹੜਾ ਨਹੀਂ ਹੈ ਜੀ, ਦੇਖੋ ਧਿਆਨ ਨਾਲ। ਪਹਿਲੀ ਆਪਸ਼ਨ ਹੈ ਟੀਕ, ਇਹ ਤਾਂ ਆਪਾਂ ਪੜ੍ਹਿਆ ਰੁੱਖ ਦਾ ਨਾਮ ਹੈ। ਸਾਲ ਵੀ ਆਪਾਂ ਪੜ੍ਹਿਆ ਰੁੱਖ ਦਾ ਨਾਮ ਹੈ। ਕਚਨਾਰ ਵੀ ਆਪਾਂ ਪੜ੍ਹਿਆ ਮੈਡੀਸਿਨਲ ਪ੍ਰੋਪਰਟੀ ਵਾਲਾ ਰੁੱਖ ਦਾ ਨਾਮ ਹੈ। ਇਸ ਤੋਂ ਇਲਾਵਾ ਪੋਰਕੂਪਾਈਨ, ਇਹ ਦੇਖੋ ਇੱਕ ਤਰ੍ਹਾਂ ਦਾ ਐਨੀਮਲ ਹੁੰਦਾ ਜੀ ਇਹ। ਠੀਕ ਹੈ, ਤੁਸੀਂ ਆਪਣਾ ਗੂਗਲ ਤੇ ਜਾਂ ਇਹਨੂੰ ਸਰਚ ਕਰਕੇ ਦੇਖੋ। ਪੋਰਕੂਪਾਈਨ ਜਿਹੜਾ ਹੈਗਾ ਗਾ, ਇਹ ਕੰਡਿਆਂ ਵਾਲਾ ਮੇਬੀ ਇੱਕ ਤਰ੍ਹਾਂ ਦਾ ਛੋਟਾ ਜਿਹਾ ਜੀਵ ਹੁੰਦਾ, ਐਨੀਮਲ ਹੁੰਦਾ ਹੈਗਾ। ਸੋ ਇਹ ਦਰਖਤ ਨਹੀਂ ਹੈਗਾ, ਇਹ ਐਨੀਮਲ ਹੈ। ਸੋ ਇਹਨਾਂ ਨੇ ਕੀ ਪੁੱਛਿਆ ਸੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦਾ ਨੇਮ ਆਫ ਟਰੀ। ਟਰੀ ਦਾ ਕਿਹੜਾ ਨਾਮ ਨਹੀਂ ਹੈਗਾ, ਤਾਂ ਆਪਸ਼ਨ ਸੀ ਪੋਰਕੂਪਾਈਨ ਜਿਹੜਾ ਹੈਗਾ ਉਹ ਇੱਕ ਐਨੀਮਲ ਦਾ ਨਾਮ ਹੈ, ਉਹ ਇੱਕ ਟਰੀ ਦਾ ਨਾਮ ਨਹੀਂ ਹੈਗਾ।
ਸੋ ਇਹ ਕੁਐਸਚਨ ਆਪਾਂ ਨੂੰ ਰੀਸੈਂਟਲੀ ਆਏ ਹੋਏ ਸੀਗੇ। ਹਾਂਜੀ, ਕੁਐਸਚਨ ਨੰਬਰ 3, ਵਿਚ ਅਮੰਗ ਦਾ ਫੋਲੋਇੰਗ ਟਰੀ ਇਜ਼ ਨਾਟ ਅ ਨੇਟਿਵ ਆਫ ਇੰਡੀਆ। ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਰੁੱਖ ਭਾਰਤ ਦਾ ਮੂਲ ਰੁੱਖ ਨਹੀਂ ਹੈ, ਮਤਲਬ ਭਾਰਤ ਦਾ ਰੁੱਖ ਨਹੀਂ ਹੈਗਾ ਨਾ, ਉਹ ਬਾਹਰਲਾ ਗਾ, ਤਾਂ ਕਿਹੜਾ ਇਹਨਾਂ ਦੇ ਵਿੱਚੋਂ। ਸੋ ਅਗਰ ਆਪਾਂ ਦੇਖੀਏ ਤਾਂ ਪਹਿਲਾਂ ਨਿੰਮ ਲਿਖਿਆ ਹੋਇਆ, ਫਿਰ ਬੋਰਡ ਲਿਖਿਆ ਹੋਇਆ, ਠੀਕ ਹੈ ਜੀ, ਫਿਰ ਸਫੈਦਾ ਵੀ ਲਿਖਿਆ ਹੋਇਆ, ਗੁਲਮੋਹਰ ਲਿਖਿਆ ਹੋਇਆ। ਸੋ ਨਿੰਮ, ਬੋਰਡ, ਸਫੈਦਾ ਤੁਹਾਨੂੰ ਸਭ ਨੂੰ ਪਤਾ। ਗੁਲਮੋਹਰ ਅਗਰ ਆਪਾਂ ਦੇਖੀਏ ਤਾਂ ਇੱਕ ਰੈੱਡ ਜੇ ਕਲਰ ਦਾ, ਇਹ ਵੀ ਬੜਾ ਮਤਲਬ ਵਧੀਆ ਬਿਊਟੀਫੁਲ ਜਿਹਾ ਇੱਕ ਪਲਾਂਟ ਹੁੰਦਾ ਗਾ, ਰੁੱਖ ਹੁੰਦਾ ਕਹਿ ਲਓ। ਜ਼ਰੂਰ ਇਹਨੂੰ ਗੂਗਲ ਤੇ ਸਰਚ ਕਰਕੇ ਦੇਖਿਓ। ਪਰ ਇਸ ਕੁਐਸਚਨ ਦਾ ਆਨਸਰ ਜਿਹੜਾ ਹੈਗਾ ਕਿ ਉਹ ਏ, ਬੀ ਜਾਂ ਸੀ ਜਾਂ ਡੀ ਆਏਗਾ, ਇਹ ਮੈਂ ਤੁਹਾਡੇ ਤੋਂ ਐਕਸਪੈਕਟ ਕਰੂੰਗਾ ਕਿ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਮੈਨੂੰ ਦੱਸੋਗੇ ਕਿ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਕੀ ਆਊਗਾ। ਇਹ ਵੀ ਆਪਣਾ 2021 ਦਾ ਕੁਐਸਚਨ ਹੈ ਜੀ, ਠੀਕ ਹੈ। ਸੋ ਕਿਹੜਾ ਟਰੀ ਹੈ, ਕਿਹੜਾ ਨਹੀਂ ਹੈਗਾ, ਨੇਟਿਵ ਕਿਹੜਾ ਗਾ। ਸੋ ਬਹੁਤ ਤਰ੍ਹਾਂ ਦੇ ਇਦਾਂ ਦੇ ਹੋਰ ਪੁਰਾਣੇ ਪੇਪਰਾਂ ਦੇ ਵਿੱਚ ਵੀ ਬਹੁਤ ਸਾਰੇ ਆਪਾਂ ਨੂੰ ਕੁਐਸਚਨ ਪੁੱਛੇ ਗਏ ਨੇ। ਸੋ ਇਸ ਕੁਐਸਚਨ ਦਾ 3rd ਦਾ ਆਨਸਰ ਮੈਨੂੰ ਤੁਸੀਂ ਖੁਦ ਦਿਓਗੇ ਕਮੈਂਟ ਬਾਕਸ ਦੇ ਵਿੱਚ ਕਿ ਕਿਹੜਾ ਦਾ ਸਹੀ ਆਨਸਰ ਆਊਗਾ, ਐਂਡ ਮੈਂ ਰਿਵਰਟ ਬੈਕ ਵੀ ਕਰੂੰਗਾ ਅਗਰ ਤੁਹਾਡਾ ਸਹੀ ਹੋਇਆ ਤਾਂ। ਹਾਂਜੀ, ਕੁਐਸਚਨ ਨੰਬਰ 4 ਨੂੰ ਕਰਨ ਤੋਂ ਪਹਿਲਾਂ ਅਗਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ, ਕੋਈ ਯੂਜ਼ਫੁਲ ਤੁਹਾਨੂੰ ਮਿਲ ਰਿਹਾ ਹੈਗਾ, ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਐਂਡ ਇਸ ਫ੍ਰੀ ਐਜੂਕੇਸ਼ਨ ਨੂੰ ਆਪਣੇ ਵੱਧ ਤੋਂ ਵੱਧ ਸਾਥੀਆਂ ਤੱਕ ਸ਼ੇਅਰ ਜ਼ਰੂਰ ਕਰੋ, ਤਾਂ ਕਿ ਉਹ ਬੱਚੇ ਜੋ ਕਿ ਜ਼ਿਆਦਾ ਫੀਸਾਂ ਨਹੀਂ ਦੇ ਸਕਦੇ ਐਂਡ ਤਿਆਰੀ ਕਰਨਾ ਚਾਹੁੰਦੇ ਨੇ, ਤਾਂ ਉਹ ਇਸ ਫ੍ਰੀ ਪਲੇਟਫਾਰਮ ਦੇ ਉੱਪਰ ਆ ਕੇ ਜਿਹੜੀ ਹੈਗੀ ਹੈ ਪੇਪਰ ਦੀ ਤਿਆਰੀ ਕਰ ਸਕਣ। ਐਂਡ ਪੇਪਰ ਦੇ ਵਿੱਚ ਬਹੁਤ ਥੋੜਾ ਸਮਾਂ ਬਚਿਆ, ਐਂਡ ਆਪਣੀ ਤਿਆਰੀ ਜਿਹੜੀ ਹੈਗੀ ਉਹ ਖਿੱਚ ਕੇ ਰੱਖੋ ਹੁਣ। ਤੇ ਚਲੋ ਚੌਥਾ ਕੁਐਸਚਨ ਆਪਾਂ ਸਟਾਰਟ ਕਰਦੇ ਹਾਂ। ਵਿਚ ਆਫ ਦਾ ਫੋਲੋਇੰਗ ਸਰਵਸ ਐਜ਼ ਗ੍ਰੀਨ ਲੰਗਸ। ਲੰਗਸ ਹੁੰਦੇ ਨੇ ਜੀ ਫੇਫੜੇ, ਠੀਕ ਹੈ। ਵੈਸੇ ਇਹ ਕੁਐਸਚਨ ਮੈਨੂੰ ਇਹ ਲੱਗਦਾ ਹੈ ਕਿ ਕੁਝ ਇਦਾਂ ਹੋਣਾ ਚਾਹੀਦਾ ਸੀ, ਬਹੁਤ ਪੁਰਾਣਾ ਕੁਐਸਚਨ ਹੈ ਇਹ, ਤਾਂ ਹੀ ਮੈਨੂੰ ਟਾਈਪ ਕਰ ਲਿਆ। ਵਿਚ ਆਫ ਦਾ ਫੋਲੋਇੰਗ ਸਰਵਸ ਐਜ਼ ਗ੍ਰੀਨ ਲੰਗਸ, ਜਾਂ ਲੰਗਸ ਆਫ ਅਰਥ ਇਦਾਂ ਬੋਲਣਾ ਚਾਹੀਦਾ ਸੀ। ਲੰਗਸ ਆਫ ਅਰਥ ਜ਼ਿਆਦਾ ਸਹੀ ਇਹ ਬਣਦਾ। ਬੜਾ ਇੰਪੋਰਟੈਂਟ ਕੁਐਸਚਨ ਹੈ ਵੀ ਕਿ ਹੇਠ ਲਿਖਿਆਂ ਵਿੱਚੋਂ ਕਿਹਨੂੰ ਧਰਤੀ ਦੇ ਫੇਫੜੇ ਕਿਹਾ ਜਾਂਦਾ ਹੈ। ਇਹਨਾਂ ਨੇ ਕੀ ਪਤਾ ਕਿ ਹਰੇ ਫੇਫੜੇ ਮਤਲਬ ਕੀ ਹੁੰਦੇ ਨੇ। ਸੋ ਮੇਰੇ ਅਕੋਰਡਿੰਗ ਇਹਨੂੰ ਐਗਜ਼ੈਕਟ ਇਦਾਂ ਪਾਉਣਾ ਚਾਹੀਦਾ ਸੀ, ਵਿਚ ਆਫ ਦਾ ਫੋਲੋਇੰਗ ਸਰਵ ਐਜ਼ ਲੰਗਸ ਆਫ ਅਰਥ। ਧਰਤੀ ਦੇ ਫੇਫੜੇ ਕਿਹੜੇ ਨੇ, ਜਿਵੇਂ ਹੁਣ ਆਪਾਂ ਨੂੰ ਪਤਾ ਦੇਖੋ, ਤਾਂ ਇਹਦੇ ਵਿੱਚੋਂ ਆਪਸ਼ਨ ਦੇਖੋ ਧਿਆਨ ਨਾਲ। ਸੋ ਗ੍ਰੀਨ ਕਾਫੀ ਉਲਝਾ ਪਾ ਰਿਹਾ ਇੱਥੇ, ਕਿਉਂਕਿ ਪਹਿਲੀ ਆਪਸ਼ਨ ਦੇ ਵਿੱਚ ਵੀ ਗ੍ਰੀਨ ਆ ਗਿਆ, ਕਿਚਨ ਗਾਰਡਨ ਵੀ ਗ੍ਰੀਨ ਹੁੰਦੇ ਨੇ, ਗ੍ਰੀਨ ਹਾਊਸ ਗੈਸ ਆ ਗਿਆ, ਕਾਫੀ ਕੁਝ ਆ ਗਿਆ ਆਪਸ਼ਨ ਦੇ ਵਿੱਚ। ਤਾਂ ਅਗਰ ਇਹਨੂੰ ਧਿਆਨ ਨਾਲ ਸਮਝੋ, ਜਿਵੇਂ ਆਪਣੇ ਫੇਫੜੇ ਹੁੰਦੇ ਨੇ, ਆਪਾਂ ਹਿਊਮਨ ਬੀਇੰਗ ਆ, ਆਪਣੇ ਫੇਫੜੇ ਕੀ ਕੰਮ ਕਰਦੇ ਨੇ, ਆਕਸੀਜਨ ਇੱਕ ਸਾਈਡ ਤੋਂ ਲੈ ਕੇ ਗਏ ਆਪਾਂ, ਉਹ ਫੇਫੜਿਆਂ ਦੇ ਵਿੱਚ ਹੀ ਜਾਂਦੀ ਹੈ ਅੱਗੇ, ਫਿਰ ਉਹ CO2 ਦੁਬਾਰਾ ਉੱਥੋਂ ਹੀ ਬਾਹਰ ਨਿਕਲਦੀ ਹੈ, ਫੇਫੜੇ ਰਾਹੀਂ ਹੀ ਇੱਕ ਵਾਰ ਮਤਲਬ ਬਾਹਰ ਆਉਂਦੀ ਹੈ ਜਾਂ ਦਾਖਲ ਹੁੰਦੀ ਹੈ ਆਕਸੀਜਨ, ਜਾਂ CO2 ਬਾਹਰ ਆਉਂਦੀ ਹੈ। ਆਪਣੇ ਫੇਫੜੇ ਇਦਾਂ ਕੰਮ ਕਰਦੇ ਨੇ। ਤਾਂ ਧਰਤੀ ਦੇ ਫੇਫੜੇ ਕਿਹੜੇ ਨੇ ਜਾਂ ਗ੍ਰੀਨ ਲੰਗਸ ਕਿਹੜੇ ਨੇ, ਤਾਂ ਉਹ ਹੁੰਦੇ ਨੇ ਜੀ ਸਾਡੇ ਫੋਰੈਸਟ, ਜੰਗਲ ਹੁੰਦੇ ਨੇ ਸਾਡੇ। ਕਿਉਂਕਿ ਜੰਗਲ ਕਿਤੋਂ ਮਿਲ ਕੇ ਬਣੇ ਨੇ, ਜੰਗਲ ਬਹੁਤ ਸਾਰੇ ਪੌਦਿਆਂ ਤੋਂ, ਬਹੁਤ ਸਾਰੇ ਟਰੀਜ਼ ਤੋਂ ਮਿਲ ਕੇ ਬਣੇ ਨੇ, ਦਰਖਤਾਂ ਤੋਂ ਮਿਲ ਕੇ ਬਣੇ ਨੇ। ਐਂਡ ਦਰਖਤ ਕੀ ਕੰਮ ਕਰਦਾ ਹੈ, ਉਹ ਰੈਸਪੀਰੇਸ਼ਨ ਪ੍ਰੋਸੈਸ ਲਈ CO2 ਗੈਸ ਲੈਂਦਾ, ਠੀਕ ਹੈ ਜੀ, CO2 ਗੈਸ ਲੈਂਦਾ। CO2 ਗੈਸ ਲੈ ਕੇ ਉਹ ਬਾਅਦ ਦੇ ਵਿੱਚ ਰੈਸਪੀਰੇਸ਼ਨ ਪ੍ਰੋਸੈਸ ਪੂਰੀ ਕਰਨ ਤੋਂ ਬਾਅਦ, ਇਹਨੂੰ ਆਪਾਂ ਅਲੱਗ ਤੋਂ ਪੜਾਂਗੇ ਸਾਹ ਕਿਰਿਆ ਰੈਸਪੀਰੇਸ਼ਨ ਪ੍ਰੋਸੈਸ ਕੀ ਹੁੰਦਾ, ਤਾਂ ਬਾਅਦ ਦੇ ਵਿੱਚ CO2 ਲੈ ਕੇ ਉਹ ਸਾਡੇ ਲਈ ਕੀ ਪੈਦਾ ਕਰਦਾ ਹੈਗਾ, ਆਕਸੀਜਨ। ਤਾਂ ਇਹ ਵੀ ਤਾਂ ਇੱਕ ਤਰ੍ਹਾਂ ਦਾ ਪਿਊਰੀਫਿਕੇਸ਼ਨ ਦਾ ਕੰਮ ਕਰਦਾ ਹੈ ਨਾ। ਜਿਸ ਤਰੀਕੇ ਨਾਲ ਸਾਡੇ ਫੇਫੜੇ ਜਿਹੜੇ ਹੈਗੇ ਨੇ ਉਹ ਗੈਸਾਂ ਨੂੰ ਪਿਊਰੀਫਾਈ ਕਰਨ ਦੇ ਵਿੱਚ ਕੰਮ ਕਰਦੇ ਨੇ, ਠੀਕ ਹੈ। ਸਿਮਿਲਰਲੀ ਜੋ ਫੋਰੈਸਟ ਨੇ, ਜੰਗਲ ਨੇ, ਜੋ ਉਹਦੇ ਵਿੱਚ ਦਰਖਤ ਨੇ, ਉਹ ਵੀ ਗੈਸਾਂ ਨੂੰ, ਉਹ ਵੀ ਮਤਲਬ ਪਿਊਰੀਫਿਕੇਸ਼ਨ ਦਾ ਕੰਮ ਕਰਦੇ ਨੇ, এনवायरमेंट ਨੂੰ ਪਿਊਰੀਫਾਈ ਕਰਦੇ ਨੇ। ਉਹ ਕਿਵੇਂ, CO2 ਗੈਸ ਵਧੀਆ ਨਹੀਂ ਹੈਗੀ, ਉਹਨੂੰ ਲੈ ਲੈਂਦੇ ਨੇ, ਆਕਸੀਜਨ ਛੱਡਦੇ ਨੇ, ਜੋ ਕਿ ਜ਼ਿਆਦਾ ਜ਼ਰੂਰੀ ਹੈਗੀ। ਸੋ ਵਿਚ ਆਫ ਦਾ ਫੋਲੋਇੰਗ ਸਰਵ ਐਜ਼ ਲੰਗਸ ਆਫ ਅਰਥ, ਧਰਤੀ ਦੇ ਫੇਫੜੇ ਕਿਹਨੂੰ ਕਿਹਾ ਜਾਂਦਾ ਹੈ, ਤਾਂ ਉੱਥੇ ਆਪਣਾ ਰਾਈਟ ਆਨਸਰ ਆਊਗਾ। ਬੜਾ ਇੰਪੋਰਟੈਂਟ ਕੁਐਸਚਨ ਹੈ, ਉੱਥੇ ਆਪਣਾ ਰਾਈਟ ਆਨਸਰ ਆਊਗਾ ਜੀ ਫੋਰੈਸਟ, ਜੰਗਲ। ਬੀ ਆਪਸ਼ਨ ਇਜ਼ ਦਾ ਕਰੈਕਟ ਆਨਸਰ। ਹੋਪਫੁਲੀ ਤੁਹਾਨੂੰ ਇਹ ਕਲਾਸ ਸਮਝ ਆਈ ਹੋਏਗੀ, ਤੁਹਾਨੂੰ ਵਧੀਆ ਲੱਗਿਆ ਹੋਏਗਾ। ਸੋ ਦੈਟਸ ਆਲ ਫॉर ਟੂਡੇ। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर ਵਾਚਿੰਗ।